ਹੈਲੋ ਸਟੂਡੈਂਟਸ, ਹਰ ਵਾਰ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਲਈ ਇੱਕ ਨਵੇਂ ਹੋਰ ਟੌਪਿਕ 'ਤੇ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ। ਬੱਚਿਓ, ਸਾਡਾ ਅੱਜ ਦਾ ਜੋ ਟੌਪਿਕ ਹੈ ਉਸ ਦਾ ਨਾਮ ਹੈ ਸਿਕਿਉਰਿਟੀ ਐਸਕੌਰਟਸ। ਅਸੀਂ ਅੱਜ ਦੇ ਆਪਣੇ ਇਸ ਟੌਪਿਕ ਵਿੱਚ ਸੁਰੱਖਿਆ ਐਸਕੌਰਟ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜੀ ਹਾਂ, ਮੈਂ VT ਵਿਨੋਦ ਕੁਮਾਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਖੋਲ ਬੀੜਾ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਾਈਵੇਟ ਸਿਕਿਉਰਿਟੀ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਦਾ ਇਹ ਟੌਪਿਕ ਤੁਹਾਡੀ ਨਿੱਜੀ ਸੁਰੱਖਿਆ ਦੀ 10ਵੀਂ ਕਲਾਸ ਦੀ ਕਿਤਾਬ ਦੇ ਯੂਨਿਟ ਨੰਬਰ 5 ਦਾ ਸੈਸ਼ਨ ਨੰਬਰ 1 ਉਹਦੇ ਵਿੱਚੋਂ ਲਿਆ ਗਿਆ ਹੈ। ਅਤੇ ਆਪਾਂ ਹੁਣ ਹੋਰ ਸਮਾਂ ਨਾ ਬਰਬਾਦ ਕਰਦੇ ਹੋਏ ਆਪਣੇ ਅੱਜ ਦੇ ਟੌਪਿਕ ਵੱਲ ਚੱਲਦੇ ਹਾਂ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜਾਣ ਪਛਾਣ। ਇਸ ਟੌਪਿਕ ਦੇ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸਿਕਿਉਰਿਟੀ ਐਸਕੌਰਟ ਹੁੰਦਾ ਕੀ ਹੈ ਅਤੇ ਇਸ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਵਿਅਕਤੀ ਜਾਂ ਸਮੂਹ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਇੱਕ ਅਹਿਮ ਤੱਤ ਹੈ ਸਿਕਿਉਰਿਟੀ ਐਸਕੌਰਟ ਸਰਵਿਸਿਜ਼। ਇਸ ਦੀ ਕਈ ਖੇਤਰਾਂ ਵਿੱਚ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਵਿਅਕਤੀ ਨੂੰ ਐਸਕੌਰਟ ਕਰਨ ਲਈ, ਕਿਸੇ ਸਮੂਹ ਨੂੰ ਐਸਕੌਰਟ ਕਰਨ ਲਈ, ਕਿਸੇ ਵਾਹਨ ਜਾਂ ਗੱਡੀ ਨੂੰ ਐਸਕੌਰਟ ਕਰਨ ਲਈ, ਜਾਂ ਫਿਰ ਕਿਸੇ ਬੇਸ਼ਕੀਮਤੀ ਚੀਜ਼ ਨੂੰ ਐਸਕੌਰਟ ਕਰਨ ਲਈ। ਇੱਕ ਜਿਹੜਾ ਐਸਕੌਰਟ ਹੈ ਉਹ ਬਿਨਾਂ ਹਥਿਆਰ ਤੋਂ ਵੀ ਹੋ ਸਕਦਾ ਹੈ ਅਤੇ ਹਥਿਆਰਬੰਦ ਵੀ ਹੋ ਸਕਦਾ ਹੈ। ਜੋ ਵਾਹਨਾਂ ਜਾਂ ਲੋਕਾਂ ਨੂੰ ਜਾਂ ਗੱਡੀਆਂ ਜਾਂ ਲੋਕਾਂ ਨੂੰ ਸਰਵਜਨਿਕ ਸਥਾਨਾਂ 'ਤੇ ਲੈ ਕੇ ਜਾਂਦੇ ਹਨ ਤਾਂ ਕਿ ਜਿਨ੍ਹਾਂ ਦਾ ਐਸਕੌਰਟ ਕੀਤਾ ਜਾ ਰਿਹਾ ਹੈ ਉਹ ਆਪਣੇ ਨਿਰਧਾਰਿਤ ਸਥਾਨ 'ਤੇ ਸਹੀ ਢੰਗ ਨਾਲ ਸਹੀ ਸਮੇਂ 'ਤੇ ਪਹੁੰਚ ਸਕਣ। ਇਹਨਾਂ ਦੀ ਜ਼ਰੂਰਤ VIP ਦੀ ਸੁਰੱਖਿਆ ਲਈ ਹਸਪਤਾਲ, ਸਕੂਲ ਜਾਂ ਫਿਰ ਕਿਸੇ ਉਦਯੋਗਿਕ ਖੇਤਰ ਵਿੱਚ ਵੀ ਹੋ ਸਕਦੀ ਹੈ। ਅਗਰ ਹੁਣ ਅਸੀਂ ਸਿਕਿਉਰਿਟੀ ਐਸਕੌਰਟ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਹਨ। ਉਹ ਜਿਹੜਾ ਹੈ ਐਸਕੌਰਟ ਜਿਹੜਾ ਸਾਡਾ ਹੈ ਉਹ ਸਰੀਰਕ ਰੂਪ ਵਿੱਚ ਤੰਦਰੁਸਤ ਹੋਣਾ ਚਾਹੀਦਾ ਹੈ। ਉਹ ਸਹਾਇਤਾ ਕਰਨ ਵਾਲਾ ਹੋਣਾ ਚਾਹੀਦਾ ਹੈ, ਸੰਯਮ ਰੱਖਣ ਵਾਲਾ ਹੋਣਾ ਚਾਹੀਦਾ ਹੈ, ਨਿਮਰਤਾ ਵਾਲਾ ਹੋਣਾ ਚਾਹੀਦਾ ਹੈ। ਉਹ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਪਛਾਣ ਉਹਦੇ ਨਾਲ ਨਿਪਟਣ ਵਾਲਾ, ਉਹਦੇ ਵਿੱਚ ਇਹ ਵੀ ਗੁਣ ਹੋਣਾ ਚਾਹੀਦਾ ਹੈ। ਉਹ ਜਿਹੜੀ ਆਪਾਤਕਾਲੀਨ ਜਿਹੜੀ ਸਥਿਤੀ ਹੁੰਦੀ ਹੈ ਜਾਂ ਐਮਰਜੈਂਸੀ ਵਿੱਚ ਕੋਈ ਵੀ ਜ਼ਰੂਰਤ ਪੈਣ 'ਤੇ ਨਿਰਣੇ ਲੈਣੇ ਵਾਲਾ ਹੋਣਾ ਚਾਹੀਦਾ ਹੈ ਜਾਂ ਉਸ ਸਮੱਸਿਆ ਤੋਂ ਨਜਿੱਠਣ ਵਾਲਾ ਹੋਣਾ ਚਾਹੀਦਾ ਹੈ। ਉਸ ਨੂੰ ਕੁਸ਼ਲਤਾਪੂਰਵਕ ਜਿਹੜੇ ਸੰਚਾਰ ਦੇ ਜਿੰਨੇ ਵੀ ਸਾਧਨ ਆ ਉਹਨਾਂ ਦੇ ਇਸਤੇਮਾਲ ਦੇ ਕਰਨ ਬਾਰੇ ਪਤਾ ਹੋਣਾ ਚਾਹੀਦਾ ਜਾਂ ਉਹਨਾਂ ਨੂੰ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ। ਉਸ ਕੋਲ ਕੁਝ ਆਪਣੀ ਵਿਅਕਤੀਗਤ ਚੰਗੀਆਂ ਆਦਤਾਂ ਵੀ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਮਤਲਬ ਕਿ ਉਹ ਜਿਹੜਾ ਹੈ ਨਾ ਪੁਰਸ਼ ਜਾਂ ਮਹਿਲਾ ਦੇ ਪ੍ਰਤੀ ਪੱਖਪਾਤੀ ਨਹੀਂ ਹੋਣਾ ਚਾਹੀਦਾ। ਅਤੇ ਆਪਣੇ ਇਸ ਟੌਪਿਕ ਨੂੰ ਆਪਾਂ ਅੱਜ 6 ਭਾਗਾਂ ਵਿੱਚ ਕਵਰ ਕਰਾਂਗੇ, ਜਿਨ੍ਹਾਂ ਦੇ ਵਿੱਚ ਮੋਬਾਈਲ ਸੁਰੱਖਿਆ ਯੋਜਨਾ, ਕਾਫਲਾ ਰਚਨਾ, ਸੰਚਾਰ, ਡਰਾਈਵਰ ਦੀ ਤਿਆਰੀ, ਬਚਾਅ ਪੱਖ ਨੂੰ ਸਹਾਇਤਾ, ਸਰੀਰ ਦੀ ਸੁਰੱਖਿਆ ਲਈ ਨਿੱਜੀ ਸੁਰੱਖਿਆ ਅਧਿਕਾਰੀ। ਅਤੇ ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਮੋਬਾਈਲ ਸੁਰੱਖਿਆ ਯੋਜਨਾ ਵਾਲਾ। ਇਹ ਜਿਹੜੀ ਸੁਰੱਖਿਆ ਯੋਜਨਾ ਹੈ ਇਹ ਸਾਡੀ ਕਾਫਲੇ ਨਾਲ ਸੰਬੰਧਿਤ ਹੈ। ਕਾਫਲਾ ਕਹਿ ਲਈਏ ਜਾਂ ਫਿਰ ਕੌਨਵਾਈ। ਇਹ ਉਹ ਚੀਜ਼ ਹੁੰਦੀ ਹੈ ਜਦੋਂ ਕਿ ਕਿਸੇ ਵੀ ਅੱਜ ਦੇ ਜਿਹੜਾ ਵਰਤਮਾਨ ਸਥਿਤੀ ਦੇ ਵਿੱਚ ਅਗਰ ਕੋਈ ਧਮਕੀ ਜਾਂ ਕਿਸੇ ਢੁਕਵੀਂ ਪ੍ਰਸਥਿਤੀ ਸਿਕਿਉਰਿਟੀ ਐਸਕੌਰਟ ਦੀ ਸੁਰੱਖਿਆ ਪ੍ਰਬੰਧਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਤੇ ਇਸ ਲਈ ਸਿਕਿਉਰਿਟੀ ਐਸਕੌਰਟ ਨੂੰ ਅਜਿਹੀ ਸਥਿਤੀ ਨਾਲ ਨਿਪਟਣ ਵਾਸਤੇ ਪਹਿਲਾਂ ਤੋਂ ਹੀ ਆਪਣੇ ਖਿਲਾਫ ਜਿਹੜੀ ਆ ਤਿਆਰੀ ਰੱਖਣੀ ਚਾਹੀਦੀ ਹੈ। ਇਸ ਦੇ ਖਿਲਾਫ ਤਿਆਰੀ ਰੱਖਣੀ ਚਾਹੀਦੀ ਹੈ, ਜਿਸ ਨਾਲ ਕਿ ਇਹ ਕੁਝ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਸਕਣ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਹੁਣ ਮੰਨ ਲਓ ਕਿ ਕੋਈ VIP ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ, ਉਹਦੇ ਨਾਲ ਜਿਹੜਾ ਐਸਕੌਰਟ ਜਾਂ ਜਿਹੜਾ ਗੱਡੀਆਂ ਜਾ ਰਹੀਆਂ ਨੇ ਅਤੇ ਉਹਦੇ ਵਿੱਚ ਐਸਕੌਰਟ ਤਿਆਰ ਕੀਤਾ ਗਿਆ ਹੈ ਨਾਲ ਜਾਣ ਵਾਸਤੇ। ਉਹਦੀ ਤਿਆਰੀ ਹੈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਗੱਡੀਆਂ ਦੇ ਜਿਹੜੇ ਕਾਫਲੇ ਵਿੱਚ ਸਿਰਫ ਨਿਰਧਾਰਿਤ ਗੱਡੀਆਂ ਅਤੇ ਜ਼ਰੂਰੀ ਗੱਡੀਆਂ ਹੀ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡਰਾਈਵਰਾਂ ਦੀ ਸਿਖਲਾਈ ਹੈ ਉੱਚ ਦਰਜੇ ਦੀ ਹੋਣੀ ਚਾਹੀਦੀ ਹੈ। ਜਿਹੜਾ ਕਾਫਲਾ ਆ ਉਹਦੇ ਚੱਲਣ ਅਤੇ ਪਹੁੰਚਣ ਦਾ ਸਮਾਂ ਉਹ ਵੀ ਨਿਰਧਾਰਿਤ ਹੋਣਾ ਚਾਹੀਦਾ ਹੈ ਜਦੋਂ ਤੱਕ ਕਿ ਕੋਈ ਅਣਸੁਖਾਵੀ ਘਟਨਾ ਨਾ ਹੋ ਜਾਵੇ। ਜੇ ਬਾਈ ਚਾਂਸ ਕਿਤੇ ਇੱਦਾਂ ਦੀ ਕੋਈ ਘਟਨਾ ਹੋ ਵੀ ਜਾਂਦੀ ਹੈ ਤਾਂ ਜ਼ਰੂਰਤ ਪੈਣ 'ਤੇ ਨਜ਼ਦੀਕੀ ਹਸਪਤਾਲ ਦੀ ਸਹਾਇਤਾ ਲਈ ਜਾ ਸਕਦੀ ਹੈ ਜਾਂ ਮੈਡੀਕਲ ਕੰਡੀਸ਼ਨ ਨੂੰ ਦੇਖਦੇ ਹੋਏ ਉਸ ਟਾਈਮ ਦੀ ਕਿੱਦਾਂ ਦੀ ਆ। ਉਚਿਤ ਹਸਪਤਾਲ ਸੁਰੱਖਿਆ ਅਤੇ ਆਰਾਮ ਕਰਨ ਵਾਲਾ ਜਿਹੜਾ ਇਲਾਕਾ ਆ ਉਹ ਪਹਿਲਾਂ ਤੋਂ ਹੀ ਨਿਰਧਾਰਿਤ ਕਰ ਲੈਣਾ ਚਾਹੀਦਾ ਅਗਰ ਕਿਤੇ ਇਸ ਤਰ੍ਹਾਂ ਦੀ ਕੰਡੀਸ਼ਨ
ਦੀ ਸੰਭਾਵਨਾ ਹੁੰਦੀ ਹੈ ਜਾਂ ਫਿਰ ਇਹਦਾ ਪਲਾਨ ਪਹਿਲਾਂ ਤੋਂ ਕਰ ਲੈਣਾ ਚਾਹੀਦਾ। ਇਸ ਤੋਂ ਗੱਲ ਆ ਜਾਂਦੀ ਅੱਗੇ ਆ ਜਾਂਦੀ ਸੁਰੱਖਿਆ ਦੀ ਤਿਆਰੀ ਦੀ ਯੋਜਨਾ। ਇਹਦੇ ਵਿੱਚ ਕੀ ਹੈ ਕਿ ਇੱਕ ਤਜਰਬੇਕਾਰ ਜਿਹੜਾ ਸਕਾਊਟ ਦਾ ਜਿਹੜਾ ਅਫਸਰ ਆ ਉਹ ਤਜਰਬੇਕਾਰ ਹੋਣਾ ਚਾਹੀਦਾ, ਉਹਦੀ ਚੋਣ ਕਰਨੀ ਚਾਹੀਦੀ ਹੈ ਤਜਰਬੇਕਾਰ ਅਫਸਰ ਦੀ। ਇਹਦੇ ਵਿੱਚ ਉਹਨੂੰ ਇਹ ਹੋਣਾ ਚਾਹੀਦਾ ਵੀ ਕਿੰਨੀ ਗਿਣਤੀ ਵਿੱਚ ਸਾਨੂੰ ਮੋਟਰਸਾਈਕਲਾਂ ਦੀ ਜ਼ਰੂਰਤ ਹੈ, ਗੱਡੀਆਂ ਦੀ ਜ਼ਰੂਰਤ ਹੈ, ਜਾਂ ਫਿਰ ਜਿਹੜਾ VIP ਜਿਹਦੇ ਨਾਲ ਕਾਫਲਾ ਚੱਲ ਰਿਹਾ ਆ ਅਤੇ ਉਹਦੀ ਜਿਹੜੀ ਮੁੱਖ ਗੱਡੀ ਤੋਂ ਲੈ ਕੇ ਪਿੱਛੇ ਤੱਕ ਕਿੰਨਾ ਗੱਡੀਆਂ ਦਾ ਫੈਲਾਅ ਹੈ, ਕਿੰਨੀਆਂ ਚਾਰ ਪਹੀਆਂ ਵਾਲੀ ਗੱਡੀਆਂ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਇਹ ਸੁਰੱਖਿਆ ਤਿਆਰੀ ਯੋਜਨਾ ਵਿੱਚ ਆ ਜਾਂਦੀ ਹੈ। ਮਤਲਬ ਘਟਨਾ ਜੇ ਹੁਣ ਕਹੀਏ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਹੁੰਚਣਾ ਆ ਜਾਂ ਕਿਸੇ ਘਟਨਾ ਸਥਾਨ 'ਤੇ ਪਹੁੰਚਣਾ, ਅਤੇ ਉਹਦੇ ਵਾਸਤੇ ਜਿਹੜੇ ਰਸਤੇ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਸਹੀ ਜਗ੍ਹਾ 'ਤੇ ਪਹੁੰਚਣ ਲਈ ਵਿਕਲਪਿਕ ਰਸਤੇ ਦੀ ਚੋਣ ਵੀ ਸ਼ਾਮਿਲ ਹੈ ਕਿ ਜੇ ਕੋਈ ਰਸਤੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ, ਇੱਕ ਰਸਤਾ ਬਲੋਕ ਹੋ ਜਾਂਦਾ, ਤਾਂ ਦੂਜੀ ਰਸਤੇ ਦਾ ਇਸਤੇਮਾਲ ਕਰਕੇ ਅਸੀਂ ਇੱਥੋਂ ਨਿਕਲ ਸਕੀਏ। ਟਾਈਮ ਦਾ ਸਹੀ ਪ੍ਰਯੋਗ ਕਰਨਾ ਅਤੇ ਸਮੇਂ ਦਾ ਪੂਰਾ ਧਿਆਨ ਰੱਖਣਾ, ਅਤੇ ਰਸਤੇ ਵਿੱਚ ਹੋਣ ਵਾਲੇ ਟਰੈਫਿਕ ਬਾਰੇ ਸਾਨੂੰ ਪਹਿਲਾਂ ਤੋਂ ਹੀ ਪਤਾ ਕਰ ਲੈਣਾ ਚਾਹੀਦਾ, ਅਤੇ ਉਹਦੇ ਉਪਾਅ ਬਾਰੇ ਵੀ ਕੁਛ ਸੋਚ ਲੈਣਾ ਚਾਹੀਦਾ ਜਾਂ ਫਿਰ ਉਹਦੇ ਵਾਸਤੇ ਇੰਤਜ਼ਾਮ ਕਰ ਲੈਣੇ ਚਾਹੀਦੇ ਆ। ਇਸ ਤੋਂ ਗੱਲ ਅੱਗੇ ਆ ਗਈ ਹੈ ਮੋਬਾਈਲ ਸੁਰੱਖਿਆ ਯੋਜਨਾ ਦੀਆਂ ਕਿਸਮਾਂ। ਇਹਦੇ ਵਿੱਚ ਕੀ ਆ ਜਿਹੜਾ ਉੱਚ ਪੱਧਰੀ ਹਰਕਤ ਸੁਰੱਖਿਆ ਸੰਚਾਲਨ ਦੀ ਤਿਆਰੀ ਆ, ਉਹ ਸਮੇਂ ਦੇ ਧਿਆਨ ਨਾਲ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਇਸ ਤਰ੍ਹਾਂ ਹਨ ਕਿ ਸਾਰੇ ਜਿਹੜੇ ਪ੍ਰਭਾਵੀ ਤਾਲਮੇਲ ਵਾਲੇ ਦਸਤੇ ਨੇ, ਜਿਹੜੇ ਪ੍ਰਭਾਵੀ ਤਾਲਮੇਲ ਮਤਲਬ ਕੀ ਆ ਕਿ ਜੇ ਸਕਾਊਟ ਦੇ ਜਿੰਨੇ ਵੀ ਦਸਤੇ ਆਪਣੇ ਨੇ ਵੰਡੇ ਗਏ ਨੇ ਉਹ ਆਪਣੀ ਜਗ੍ਹਾ 'ਤੇ ਸਹੀ ਢੰਗ ਨਾਲ ਪਹੁੰਚ ਗਏ ਨੇ, ਯਕੀਨੀ ਬਣਾਉਣਾ ਚਾਹੀਦਾ ਹੈ। ਜਿਹੜੇ ਸਾਰੇ ਉਪਯੁਕਤ ਸਾਧਨ ਆ ਜਿੰਨੇ ਵੀ ਸਾਡੇ ਕੋਲ ਹੈਗੇ ਆ ਕਾਫਲੇ ਨਾਲ ਚੱਲਣ ਵਾਸਤੇ, ਉਹਨਾਂ ਦੀ ਜਿਹੜੀ ਵੰਡ ਉਹ ਸਹੀ ਤਰੀਕੇ ਨਾਲ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ। ਹਾਈ ਕਮਾਂਡ ਦੁਆਰਾ ਜਿਹੜੇ ਨਿਰਦੇਸ਼ ਦਿੱਤੇ ਗਏ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਹਾਂ ਭੇਜ ਦਿੱਤਾ ਗਿਆ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਗਿਆ ਕਿ ਨਹੀਂ ਸਮਝ ਲਿਆ ਗਿਆ। ਸਾਰੇ ਸੰਚਾਰ ਦੇ ਸਾਧਨ ਨੂੰ ਪੂਰੀ ਤਰ੍ਹਾਂ ਨਾਲ ਉਪਲਬਧ ਕਰਾ ਦਿੱਤਾ ਗਿਆ ਹੈ ਜਾਂ ਨਹੀਂ ਕਰਾ ਦਿੱਤਾ ਗਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹ ਜੋ ਇਹਨਾਂ ਕਿਸਮਾਂ ਦੇ ਵਿੱਚ ਆਉਂਦੀਆਂ ਨੇ। ਸਾਰੇ ਸ਼ਾਮਿਲ ਜਿਹੜੇ ਇਹਦੇ ਵਿੱਚ ਅਧਿਕਾਰੀ ਹੋਣਗੇ, ਜਿੰਨੇ ਵੀ ਅਧਿਕਾਰੀ ਸ਼ਾਮਿਲ ਆ ਉਹਨਾਂ ਨੂੰ ਸਥਿਤੀ ਬਾਰੇ ਚੰਗੀ ਤਰ੍ਹਾਂ ਜਿਹੜਾ ਜਾਣਕਾਰੀ ਦੇ ਦਿੱਤੀ ਗਈ ਹੈ ਜਾਂ ਨਹੀਂ ਦੇ ਦਿੱਤੀ ਗਈ। ਇਹ ਸਾਰੀਆਂ ਮੋਬਾਈਲ ਸੁਰੱਖਿਆ ਯੋਜਨਾਵਾਂ ਦੀਆਂ ਕਿਸਮਾਂ ਦੇ ਵਿੱਚ ਹੀ ਸ਼ਾਮਿਲ ਕੀਤਾ ਗਿਆ ਇਹਨਾਂ ਨੂੰ। ਇਸ ਤੋਂ ਗੱਲ ਅੱਗੇ ਕਰੀਏ ਕਾਫਲੇ ਦੀ ਰਚਨਾ ਦੀ। ਹੁਣ ਕਾਫਲੇ ਦੀ ਰਚਨਾ ਕੀ, ਇੱਕ ਸਥਾਨ ਤੋਂ ਜਦੋਂ ਦੂਜੇ ਸਥਾਨ ਤੱਕ ਜਾਣ ਲਈ ਸਮਾਨ ਦੀ ਢੋਆ ਢੁਆਈ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਜਿਹੜੇ ਵਪਾਰਿਕ ਸਾਧਨ ਨੂੰ ਇੱਧਰ ਤੋਂ ਉੱਧਰ ਸੁਰੱਖਿਅਤ ਤਰੀਕੇ ਨਾਲ ਪਹੁੰਚਾਉਣ ਲਈ ਇੱਕ ਜਿਹੜਾ ਸੁਰੱਖਿਅਤ ਵਾਤਾਵਰਨ ਹੈ ਅਤੇ ਸਹੀ ਸਮੇਂ 'ਤੇ ਪਹੁੰਚਾਉਣ ਲਈ ਇੱਕ ਮਜ਼ਬੂਤ ਸੁਰੱਖਿਆ ਹੇਠਾਂ ਇੱਕ ਤੈਅਸ਼ੁਦਾ ਗੱਡੀਆਂ ਦਾ ਜਿਹੜਾ ਕਾਫਲਾ ਕਹਿ ਲਓ ਜਾਂ ਫਿਰ ਇੱਕ ਕੌਨਵਾਈ ਜਿਹੜੀ ਉਹਦੀ ਜ਼ਰੂਰਤ ਹੁੰਦੀ ਹੈ ਸਮਾਨ ਨੂੰ ਇੱਧਰ ਉੱਧਰ ਲਿਜਾਣ ਲਈ, ਢੋਆ ਢੁਆਈ ਲਈ, ਜਾਂ ਫਿਰ ਕਹਿ ਲਓ ਜੀ ਇਸ ਤੋਂ ਅਲੱਗ ਕਹਿ ਲਓ ਕਿਸੇ ਵਿਸ਼ੇਸ਼ ਵਿਅਕਤੀ ਜਾਂ VIP ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਿਜਾਣ ਲਈ ਜਿਹੜੀ ਸੁਰੱਖਿਆ ਸਕਾਟ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਉਹਦਾ ਕਾਫਲੇ ਦੇ ਰੂਪ ਵਿੱਚ ਹਰਕਤ ਕੀਤੀ ਜਾਂਦੀ ਹੈ ਉਹ ਇਸ ਤਰ੍ਹਾਂ ਨੇ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਕਾਫਲੇ ਦੀਆਂ ਗੱਡੀਆਂ ਦੀ ਬਣਾਵਟ। ਜਿਹੜਾ ਇੱਕ VIP ਦੀ ਸੁਰੱਖਿਆ ਕਾਫਲੇ ਦੀ ਜਿਹੜੀ ਗੱਡੀਆਂ ਉਹਨਾਂ ਦੀ ਬਣਾਵਟ ਕਿਸ ਤਰ੍ਹਾਂ ਦੀ ਉਹਦੇ ਵਿੱਚ ਬਾਰੇ ਦੱਸਿਆ ਗਿਆ। ਸਭ ਤੋਂ ਪਹਿਲਾਂ ਪੁਆਇੰਟ ਕਾਰ ਹੁੰਦੀ ਹੈ। ਜਿਹੜਾ ਪੁਆਇੰਟ ਕਾਰ ਹੈ ਇਹਦਾ ਕੰਮ ਕੀ ਹੁੰਦਾ ਆ, ਜਿਹੜਾ ਪੁਆਇੰਟ ਕਾਰ ਦਾ ਡਰਾਈਵਰ ਉਹਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਅੱਗੇ ਜਾ ਕੇ ਟਰੈਫਿਕ ਕੰਟਰੋਲ ਦੀ ਸਥਿਤੀ ਦਾ ਜਾਇਜ਼ਾ ਲਵੇ। ਅਗਰ ਰਸਤੇ ਵਿੱਚ ਕੋਈ ਘਟਨਾ ਜਾਂ ਕੋਈ ਟਰੈਫਿਕ ਦੀ ਸੰਭਾਵਨਾ ਹੋਵੇ ਤਾਂ ਇਸ ਦੀ ਸੂਚਨਾ ਉਹ ਆਪਣੇ ਪਿੱਛੇ ਜਿਹੜਾ ਸਕਾਟ ਕਮਾਂਡਰ ਉਹਨੂੰ ਦੇਵੇ ਤਾਂ ਕਿ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਬਿਨਾਂ ਦੇਰੀ ਤੋਂ ਕਿਸੇ ਹੋਰ ਰਸਤੇ ਨੂੰ ਲੱਭ ਕੇ ਜਾਂ ਇਹਦੇ ਵਿਕਲਪ ਵਿੱਚ ਕੁਝ ਹੋਰ ਰਸਤਾ ਇਸਤੇਮਾਲ ਕਰਕੇ ਉਸ ਰਸਤੇ ਤੋਂ ਨਿਕਲਿਆ ਜਾ ਸਕੇ ਜਾਂ VIP ਨੂੰ ਲੈ ਕੇ ਜਾਇਆ ਜਾ ਸਕੇ। ਟਰੈਫਿਕ ਕੰਟਰੋਲ ਨੂੰ ਸੰਭਾਲਣ ਜਿਹੜੀ ਜ਼ਿੰਮੇਵਾਰੀ ਵੈਸੇ ਤਾਂ ਲੋਕਲ ਪੁਲਿਸ ਦੀ ਹੁੰਦੀ ਆ, ਪਰ ਜਿਸ ਦਾ ਜਿਹੜਾ ਸਿੱਧਾ ਸੰਪਰਕ ਹੁੰਦਾ ਉਹ ਉਹਨਾਂ ਦੀ ਪਾਇਲਟ ਗੱਡੀ ਜਿਹੜੀ ਹੁੰਦੀ ਆ ਉਹਦੇ ਨਾਲ ਹੁੰਦਾ, ਕਿਉਂਕਿ ਪਾਇਲਟ ਗੱਡੀ ਉਹ ਤੁਹਾਨੂੰ ਅੱਗੇ ਦੱਸਾਂਗੇ ਪਾਇਲਟ ਗੱਡੀ ਕੀ ਹੁੰਦੀ, ਉਹਦਾ ਕੰਮ ਕੀ ਹੁੰਦਾ ਹੈ। ਅਤੇ ਇਹ ਲੋਕਲ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਵੈਸੇ ਤਾਂ ਟਰੈਫਿਕ ਨੂੰ ਕੰਟਰੋਲ ਕਰਨਾ, ਲੇਕਿਨ ਫਿਰ ਵੀ ਇਹਦੇ ਵਾਸਤੇ ਇੱਕ ਪੁਆਇੰਟ ਕਾਰ ਅਪੁਆਇੰਟ ਕੀਤੀ ਜਾਂਦੀ ਹੈ ਵੀ ਜਿਹੜੀ ਉਹ ਮਤਲਬ ਇਹ ਕਾਰ ਜਿਹੜੀ ਪੁਆਇੰਟ ਕਾਰ ਹੈ ਉਹ ਕਾਫਲੇ ਦਾ ਜਿਹੜਾ ਸਹੀ ਮਾਰਗ ਦਰਸ਼ਨ ਕਰ ਸਕੇ ਅਤੇ ਅੱਗੇ ਤੋਂ ਕੰਟਰੋਲ ਕਰਨ ਵਿੱਚ ਬਿਨਾਂ ਰੁਕੇ ਤੋਂ ਯਾਤਰਾ ਸਫਲ ਹੋ ਸਕੇ। ਕਿ ਮਤਲਬ ਕੋਈ ਵੀ ਯਾਤਰਾ ਜਿਹੜੀ ਅਸੀਂ ਕਰ ਰਹੇ ਹਾਂ ਜਾਂ ਕਿਸੇ VIP ਨੂੰ ਲੈ ਕੇ ਜਾ ਰਹੇ ਹਾਂ ਬਿਨਾਂ ਰੁਕੇ ਤੋਂ ਉਹ ਸਫਲ ਹੋ ਸਕੇ। ਇਸ ਤੋਂ ਅੱਗੇ ਆ ਜਾਂਦੀ ਲੀਡ ਕਾਰ। ਜਿਹੜੀ ਲੀਡ ਕਾਰ ਆ
ਇਹ ਨਾਮ ਤੋਂ ਪਤਾ ਕਰਦਾ ਕਿ ਲੀਡ ਕਰਦੀ ਹੈ, ਕਾਫਲੇ ਦੀ ਜਿਹੜੀ ਸਪੀਡ ਆ ਇਹਨੂੰ ਇਹ ਕੰਟਰੋਲ ਕਰਦੀ ਹੈ। ਇਹ ਕੀ ਕਰਦੀ ਹੈ, ਜਿਹੜੀ ਪੁਆਇੰਟ ਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਆ ਇਹ ਉਹਨਾਂ ਦੇ ਮੁਤਾਬਿਕ ਹੀ ਕੰਮ ਕਰਦੀ ਹੈ। ਠੀਕ ਹੈ, ਅਤੇ ਉਹਨਾਂ ਹਦਾਇਤਾਂ ਨੂੰ ਫੋਲੋ ਕਰਕੇ ਇਹ ਕਾਨਵਾਈ ਦੀ ਜਾਂ ਕਾਫਲੇ ਦੀ ਸਪੀਡ ਨੂੰ ਵੱਧ ਘੱਟ ਕਰਦੀ ਰਹਿੰਦੀ ਆ। ਜਿਹੜਾ ਲੀਡ ਕਾਰ ਦਾ ਅਫਸਰ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਜਿਹੜਾ ਉੱਪਰੋਂ ਹਦਾਇਤਾਂ ਉਹਨੂੰ ਪੁਆਇੰਟ ਕਾਰ ਦੇ ਜਿਹੜੇ ਡਰਾਈਵਰ ਵੱਲੋਂ ਜਾਂ ਉੱਥੇ ਕਮਾਂਡਰ ਵੱਲੋਂ ਦਿੱਤੀਆਂ ਗਈਆਂ ਉਹਨਾਂ ਦੀ ਕਾਰਾਂ ਨੂੰ ਉਸ ਜਿਹੜੀਆਂ ਹਦਾਇਤਾਂ ਨੂੰ ਫੋਲੋ ਕਰੇ ਅਤੇ ਆਪਣੇ ਗੱਡੀ ਦੇ ਲੀਡ ਕਾਰ ਦੇ ਡਰਾਈਵਰ ਨੂੰ ਦੱਸੇ ਤਾਂ ਕਿ ਉਹ ਕਾਫਲੇ ਦੀ ਸਪੀਡ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰਕੇ ਲੈ ਕੇ ਜਾ ਸਕੇ। ਉਸ ਤੋਂ ਬਾਅਦ ਆ ਜਾਂਦੇ ਮੁਖੀ ਦੀ ਗੱਡੀ। ਮੁਖੀ ਦੀ ਗੱਡੀ ਦਾ ਮਤਲਬ ਕਿ ਇਹ VIP, ਜਿਹੜਾ VIP ਆ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਆ ਉਹ ਵੀ ਖਾਸ ਉਹਦਾ ਵਿਅਕਤੀ ਹੁੰਦਾ ਆ ਜਿਹਦੇ ਵਿੱਚ ਜਿਹੜੀ ਵਿੱਚ ਇਹ ਕਾਫਲੇ ਦੀ ਜਿਸ ਕਾਫਲੇ ਵਿੱਚ ਇਹਨੂੰ ਲੈ ਕੇ ਜਾਇਆ ਜਾਂਦਾ ਹੈ ਅਤੇ ਉਹਦੇ ਵਿੱਚ ਹੁਣ ਦੇਖੋ ਇਹਦੇ 'ਚ ਇੱਕ ਸਰਕਲ ਬਣ ਰਿਹਾ ਜੋ ਪੁਆਇੰਟ ਕਾਰ ਨੇ ਥੱਲੇ ਲੀਡ ਕਾਰ ਨੂੰ ਦੱਸਤਾ, ਲੀਡ ਕਾਰ ਵਾਲੇ ਡਰਾਈਵਰ ਨੇ ਮੁਖੀ ਦੀ ਗੱਡੀ ਡਰਾਈਵਰ ਨੂੰ ਦੱਸਤਾ ਅਤੇ ਉਹ ਜਿਹੜਾ ਡਰਾਈਵਰ ਆ ਲੀਡ ਕਾਰ ਤੋਂ ਦਈਆਂ ਹੋਈਆਂ ਹਦਾਇਤਾਂ ਜਾਂ ਮਿਲੀਆਂ ਹੋਈਆਂ ਹਦਾਇਤਾਂ ਦਾ ਪਾਲਣ ਕਰਕੇ ਹੀ ਆਪਣੀ ਗੱਡੀ ਨੂੰ ਚਲਾਉਂਦਾ ਹੈ ਅਤੇ ਉਹ ਸਪੀਡ ਨੂੰ ਅਪ ਡਾਊਨ ਕਰਦਾ ਰਹਿੰਦਾ ਹੈ। ਵਿਸ਼ੇਸ਼ ਵਿਅਕਤੀ ਦੀ ਜਿਹੜੀ ਯਾਤਰਾ ਜਾਂ VIP ਦੀ ਯਾਤਰਾ ਇਹਦੇ ਨਾਲ ਕਿ ਸੁਖਦ ਅਤੇ ਆਰਾਮਦਾਇਕ ਹੋਵੇ, ਇਸ ਲਈ ਇਹ ਸਾਰੇ ਕੰਮ ਕੀਤੇ ਜਾਂਦੇ ਨੇ। ਨਿੱਜੀ ਸੁਰੱਖਿਆ ਅਧਿਕਾਰੀ ਜਿਹੜਾ ਹੁੰਦਾ ਜਾਂ PSO ਕਹਿ ਲਓ ਉਹ ਵੀ VIP ਦੀ ਗੱਡੀ ਦੇ ਵਿੱਚ ਹੀ ਬੈਠਦਾ। ਉਹ ਇਸ ਲਈ ਬੈਠਦਾ ਕਿ ਜੇ ਕੋਈ ਰਸਤੇ ਵਿੱਚ ਕੋਈ ਅਣਜਾਣੀ ਅਣਹੋਣੀ ਘਟਨਾ ਹੋ ਜਾਵੇ ਤਾਂ ਉਹ ਉਹਨੂੰ ਸੁਰੱਖਿਆ ਪ੍ਰਦਾਨ ਕਰ ਸਕੇ, ਜਾਂ ਫਿਰ ਕਿਤੇ ਗੱਡੀ ਖਰਾਬ ਹੋ ਜਾਵੇ ਤਾਂ ਉਹ ਫਿਰ ਦੂਜੀ ਵਿਕਲਪ ਦੇ ਤੌਰ 'ਤੇ ਕਿਸੇ ਹੋਰ ਗੱਡੀ ਜਾਂ ਹੋਰ ਵਿਅਕਤੀ ਨੂੰ ਨਾਲ ਲੈ ਕੇ ਉਸ ਜਗ੍ਹਾ ਤੋਂ VIP ਨੂੰ ਕੱਢ ਸਕੇ। ਇਸ ਤੋਂ ਅੱਗੇ ਹੈਗਾ ਸੁਰੱਖਿਆ ਸਕਾਡ ਟੀਮ ਜਾਂ ਫਿਰ ਦੁਬਾਰਾ ਕਾਰਵਾਈ ਕਰਨ ਵਾਲੀ ਟੀਮ ਇਹਨੂੰ ਕਹਿ ਸਕਦੇ ਨੇ। ਅਤੇ ਇਹ ਜਿਹੜੀ ਐਜ QRT ਦੇ ਤੌਰ 'ਤੇ ਵੀ ਐਕਸ਼ਨ ਕਰਦੀ ਨੇ। ਟਰਾਂਸਪੋਰਟਰ ਸੁਰੱਖਿਆ ਅਫਸਰ ਦੁਆਰਾ ਇਸ ਗੱਡੀ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ। ਇਸ ਗੱਡੀ ਦੀ ਜਿਹੜੀ ਬਾਕੀ ਗੱਡੀਆਂ ਨਾਲੋਂ ਸਪੀਡ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਕਿ ਇਹ ਇਸ ਕਰਕੇ ਲਈ ਕਿਉਂਕਿ ਬਾਹਰ ਤੋਂ ਕਿਸੇ ਤਰ੍ਹਾਂ ਦੀ ਹੋਣ ਵਾਲੀ ਜਿਹੜੀ ਹਰਕਤ ਆ ਉਹਨੂੰ ਰੋਕਿਆ ਜਾ ਸਕੇ ਜਾਂ ਉਹਦੇ ਵਿੱਚ ਰੁਕਾਵਟ ਪੈਦਾ ਕੀਤੀ ਜਾ ਸਕੇ। ਇਹਦੀ ਜਿਹੜੀ ਰਫਤਾਰ ਆ ਮੇਨ ਗੱਡੀ ਨੂੰ ਮੁੱਖ ਰੱਖਦੇ ਹੋਏ ਵੱਧ ਘੱਟ ਕਰ ਸਕਦੇ ਹਾਂ। ਇਸ ਗੱਡੀ ਦੇ ਅਫਸਰ ਦੀ ਨਜ਼ਰ ਹਮੇਸ਼ਾ ਜਿਹੜੀ ਆ ਮੁੱਖ ਗੱਡੀ 'ਤੇ ਹੁੰਦੀ ਹੈ ਕਿਉਂਕਿ ਉਹਦੇ ਵਿੱਚ VIP ਬੈਠਾ ਹੁੰਦਾ। ਅਤੇ ਉਸ ਤੋਂ ਅੱਗੇ ਹੈਗਾ ਪਾਇਲਟ ਗੱਡੀ, ਜਿੱਦਾਂ ਪਹਿਲਾਂ ਗੱਲ ਕੀਤੀ ਹੈ। ਜਦੋਂ ਕਾਫਲਾ ਕਿਸੇ ਅਣਜਾਣ ਇਲਾਕੇ ਵਿੱਚੋਂ ਗੁਜ਼ਰਦਾ ਤਾਂ ਉਸ ਇਲਾਕੇ ਨੂੰ ਸੰਬੰਧਿਤ ਪਾਇਲਟ ਗੱਡੀ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਸ ਇਲਾਕੇ ਵਿੱਚ ਅਚਾਨਕ ਹੋਣ ਵਾਲੀ ਜਿਹੜੀ ਘਟਨਾ ਆ ਉਹਦਾ ਢੰਗ ਦੇ ਨਾਲ ਮੁਲਾਂਕਣ ਕੀਤਾ ਜਾ ਸਕੇ। ਜਿਹੜਾ ਉਸ ਇਲਾਕੇ ਦੀ ਪੁਲਿਸ ਹੁੰਦੀ ਆ ਉਹ ਪਾਇਲਟ ਗੱਡੀ ਪ੍ਰੋਵਾਈਡ ਕਰਾਉਂਦੀ ਹੈ। ਉਸ ਇਲਾਕੇ ਵਿੱਚ ਸੰਚਾਰ ਨੂੰ ਠੀਕ ਢੰਗ ਦੇ ਨਾਲ ਵਧਾਇਆ ਜਾ ਸਕੇ। ਅਤੇ ਉਸ ਤੋਂ ਅੱਗੇ ਆ ਗਿਆ ਰੀਅਰ ਗੱਡੀ। ਰੀਅਰ ਗੱਡੀ ਦਾ ਮਤਲਬ ਹੈ ਇਹ ਗੱਡੀ ਜਿਹੜੀ ਹੈਗੀ ਆ ਇਹਦਾ ਇਸਤੇਮਾਲ ਸਿਰਫ ਉੱਚ ਪੱਧਰੀ ਹਰਕਤ ਸੁਰੱਖਿਆ ਸੰਚਾਲਨ ਲਈ ਹੀ ਕੀਤਾ ਜਾਂਦਾ ਹੈ। ਇਹ ਗੱਡੀ ਹਮੇਸ਼ਾ ਪਾਇਲਟ ਗੱਡੀ ਦੇ ਪਿੱਛੇ ਚੱਲਦੀ ਆ ਅਤੇ ਇਹ ਗੱਡੀ ਜ਼ਿੰਮੇਵਾਰੀ ਕੀ ਹੈ ਕਿ ਪਿਛਲੇ ਪਾਸੇ ਤੋਂ ਇਲਾਕੇ ਦੀ ਦੇਖਭਾਲ ਕਰਨੀ ਅਤੇ ਕਾਫਲੇ ਨੂੰ ਕੋਈ ਅਵੈਧ ਰੂਪ ਵਿੱਚ ਨੁਕਸਾਨ ਨਾ ਪਹੁੰਚਾ ਸਕੇ। ਇਸ ਤੋਂ ਅੱਗੇ ਆ ਜਾਂਦਾ ਆ ਕਾਊਂਟਰ ਅਸਾਲਟ ਟੀਮ ਜਾਂ ਫਿਰ ਇਹਨੂੰ ਕਹਿ ਜਾਂਦੇ ਆ ਦੁਬਾਰਾ ਕਾਰਵਾਈ ਕਰਨ ਵਾਲੀ ਟੀਮ। ਇਹ ਹਮੇਸ਼ਾ ਵਿਸ਼ੇਸ਼ ਵਿਅਕਤੀ ਉੱਪਰ ਜਿਹੜਾ ਹੋਣ ਵਾਲੇ ਹਮਲੇ ਦੇ ਵਿਰੁੱਧ ਲੜਦੀ ਹੈ। ਜੇ ਕੋਈ ਹਮਲਾ ਕਰ ਦਿੰਦਾ VIP ਦੇ ਉੱਤੇ ਤਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਉਸ ਇਲਾਕੇ ਵਿੱਚੋਂ ਕੱਢ ਕੇ ਸੁਰੱਖਿਅਤ ਕਰਕੇ ਲੈ ਕੇ ਜਾ ਸਕਦੀ। ਇਹਨੂੰ ਅਸੀਂ QRT ਤੌਰ 'ਤੇ ਵੀ ਸਮਝ ਸਕਦੇ ਹਾਂ। ਇਹ ਜਿਹੜੀ ਟੀਮ ਆ ਇਹ ਜਾਂ ਤਾਂ ਵਰਦੀ ਵਿੱਚ ਵੀ ਹੋ ਸਕਦੀ ਹੈ ਜਾਂ ਬਿਨਾਂ ਡਰੈਸ ਤੋਂ ਵੀ ਹੋ ਸਕਦੀ ਆ। ਇਹਦਾ ਫੈਸਲਾ ਜਿਹੜਾ ਹੈ ਉੱਚੇ ਨੀਚੇ ਪੱਧਰ ਵਾਲੀ ਐਸਕਾਰਟ ਏਜੰਸੀ ਦੁਆਰਾ ਹੀ ਲਿਆ ਜਾਂਦਾ ਹੈ। ਅਗਰ ਕਿਸੇ ਵਿਸ਼ੇਸ਼ ਵਿਅਕਤੀ ਨੇ ਕਿਸੇ ਲੰਬੇ ਸਮੇਂ ਤੱਕ ਕਿਸੇ ਇਲਾਕੇ ਵਿੱਚ ਰੁਕਣਾ ਹੋਵੇ ਜਾਂ ਉੱਥੇ ਠਹਿਰਨਾ ਹੋਵੇ ਤਾਂ ਉੱਥੇ ਦੀ ਜਿਹੜੀ ਨਿਯੁਕਤੀ ਸਿਰਫ ਸੁਰੱਖਿਆ ਕੋਆਰਡੀਨੇਟਰ ਅਤੇ ਸੁਰੱਖਿਆ ਏਜੰਸੀਆਂ ਦੀ ਸਲਾਹ ਤੋਂ ਬਾਅਦ ਹੀ ਕੀਤੀ ਜਾਂਦੀ ਜਾਂ ਹੁੰਦੀ ਹੈ। ਉਸ ਤੋਂ ਗੱਲ ਅੱਗੇ ਆ ਗਈ ਸਵੀਪ ਕਾਰ। ਇਹ ਕਾਰ ਕਾਫਲੇ ਦੀ ਉਹ ਗੱਡੀ ਹੁੰਦੀ ਹੈ ਜਿਸ ਦੀ ਜ਼ਿੰਮੇਵਾਰੀ ਪੂਰੀ ਕਾਰਵਾਈ ਨੂੰ ਰਸਤੇ ਵਿੱਚ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ। ਇਸ ਗੱਡੀ ਵਿੱਚ 3 ਸੁਰੱਖਿਆ ਅਧਿਕਾਰੀ ਹੁੰਦੇ ਹਨ। ਇਸ ਗੱਡੀ ਵਿੱਚ ਜਿਹੜੇ ਤੈਨਾਤ ਅਫਸਰਾਂ ਦੇ ਕੋਲ ਹੈਂਡ ਗ੍ਰਨੇਡ, ਹਥਿਆਰ, ਗੋਲਾ ਬਰੂਦ ਆਦਿ ਸਭ ਕੁਝ ਹੁੰਦਾ ਹੈ। ਇਹ ਗੱਡੀ ਜਿਹੜੀ ਆ ਇਹ ਕਾਰਵਾਈ ਦਾ ਹਿੱਸਾ ਹੁੰਦੀ ਹੈ ਲੇਕਿਨ ਇਹ ਪਰਛਾਵੇਂ ਦੇ ਤੌਰ 'ਤੇ ਕਾਫਲੇ ਦੇ ਅੱਗੇ ਪਿੱਛੇ ਜਾਂ ਸਾਈਡ 'ਤੇ ਹਰਕਤ ਕਰਦੀ ਰਹਿੰਦੀ ਹੈ ਤਾਂ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਹਮਲਾਵਰ ਜਾਂ ਹਮਲੇ ਨੂੰ ਜਲਦੀ ਤੋਂ ਜਲਦੀ ਨਕਾਰਾ ਕਰ ਸਕੇ ਅਤੇ ਕਾਫਲੇ ਦੀ ਰਫਤਾਰ ਵਿੱਚ ਕੋਈ ਵਿਘਨ ਨਾ ਪਵੇ। ਇਸ ਗੱਡੀ ਦੀ ਜ਼ਿੰਮੇਵਾਰੀ ਹੈ ਕਾਫਲੇ ਦੀਆਂ ਬਾਕੀ ਗੱਡੀਆਂ
ਦੀ ਕਿਸੇ ਵੀ ਪ੍ਰਕਾਰ ਦੀ ਘਾਤ ਲਗਾ ਕੇ ਹਮਲੇ ਦੀ ਸੰਭਾਵਨਾ ਨੂੰ ਰੋਕਣਾ। ਜੇ ਕੋਈ ਬਾਕੀ ਗੱਡੀਆਂ ਦੇ ਉੱਤੇ ਘਾਤ ਲਗਾ ਕੇ ਹਮਲਾ ਕਰਦਾ ਤਾਂ ਇਹ ਗੱਡੀ ਉਹਨਾਂ ਨੂੰ ਉਸ ਹਮਲੇ ਨੂੰ ਰੋਕਣ ਵਿੱਚ ਸક્ષਮ ਹੁੰਦੀ ਹੈ ਅਤੇ ਉਹਦੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਗੱਡੀ ਨੂੰ ਜੇ ਕਿਸੇ ਹੋਰ ਨਜ਼ਦੀਕੀ ਕਿਸੇ ਕਾਫਲੇ 'ਤੇ ਹਮਲਾ ਹੋ ਜਾਂਦਾ ਹੈ ਤਾਂ ਉਹਦੇ ਉੱਤੇ ਵੀ ਇਹ ਆਪਣਾ ਐਕਸ਼ਨ ਕਰਦੀ ਹੈ ਅਤੇ ਉਹਦੀ ਹੈਲਪ ਕਰਦੀ ਹੈ। ਲੇਕਿਨ ਜੇ ਕੋਈ ਗੱਡੀ ਕੋਈ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਸੁਰੱਖਿਆ ਜਗ੍ਹਾ 'ਤੇ ਪਹੁੰਚਾਉਣਾ ਵੀ ਇਸ ਜਿਹੜੀ ਗੱਡੀ ਦਾ ਜਾਂ ਇਹਦੇ ਉਹਨਾਂ ਦਾ ਹੀ ਕੰਮ ਹੈ, ਤਾਂ ਕਿ ਜਾਂ ਤਾਂ ਉਹਨੂੰ ਦੂਜੀ ਗੱਡੀ ਦਾ ਇੰਤਜ਼ਾਮ ਕਰਕੇ ਦੇਣਗੇ ਜਾਂ ਕਿਸੇ ਸੁਰੱਖਿਆ ਜਗ੍ਹਾ 'ਤੇ ਪਹੁੰਚਾ ਦਿੰਦੇ ਨੇ। ਇਸ ਤੋਂ ਅੱਗੇ ਗੱਲ ਕਰੀਏ ਸੰਚਾਰ ਦੀ। ਸੰਚਾਰ ਕਾਫਲੇ ਦੇ ਵਿੱਚ ਇੱਕ ਬਹੁਤ ਵੱਡਾ ਮੇਨ ਰੋਲ ਨਿਭਾਉਂਦਾ ਹੈ। ਜਦੋਂ ਕਿ ਅਗਲੀ ਗੱਡੀ ਤੋਂ ਪਿਛਲੀ ਗੱਡੀ ਤੱਕ ਆਪਸ ਵਿੱਚ ਹੀ ਜਿਹੜਾ ਕਮਿਊਨੀਕੇਸ਼ਨ ਹੈ ਇਹ ਬਹੁਤ ਜ਼ਰੂਰੀ ਹੈ। ਕਮਿਊਨੀਕੇਸ਼ਨ ਤੋਂ ਬਿਨਾਂ ਕਾਫਲਾ ਚੱਲਣਾ ਜਾਂ ਉਸ 'ਤੇ ਕੋਈ ਕਦੀ ਹਮਲਾ ਹੋ ਸਕਦਾ, ਕੋਈ ਅਟੈਕ ਹੋ ਸਕਦਾ, ਉਹਦੀ ਜਾਣਕਾਰੀ ਇੱਕ ਦੂਜੇ ਨੂੰ ਦੇਣਾ, ਗੱਡੀ ਦੀ ਸਪੀਡ ਵੱਧ ਘੱਟ ਕਰਨੀ, ਇਹ ਸਾਰਾ ਕਮਿਊਨੀਕੇਸ਼ਨ ਦੇ ਉੱਤੇ ਡਿਪੈਂਡ। ਕਮਿਊਨੀਕੇਸ਼ਨ ਜਿਹੜਾ ਕਾਫਲੇ ਵਿੱਚ ਹੁੰਦਾ ਹੈ ਉਹ ਜਾਂ ਤਾਂ ਵਾਕੀ ਟਾਕੀ ਜਾਂ ਰੇਡੀਓ ਸੈੱਟ ਦੇ ਥਰੂ ਹੁੰਦਾ ਹੈ, ਜਿਹਦੀ ਕਿ ਫ੍ਰੀਕੁਐਂਸੀ ਸਾਰਿਆਂ ਨੂੰ ਆਪਸ ਵਿੱਚ ਹੀ ਸ਼ੇਅਰ ਕੀਤੀ ਗਈ ਹੁੰਦੀ ਹੈ। ਅਤੇ ਜਿਹੜੇ ਕਾਫਲੇ ਦਾ ਅੰਦਰੂਨੀ ਸੰਚਾਰ ਦੀ ਗੱਲ ਕਰੀਏ ਤਾਂ ਕਾਫਲੇ ਦੀਆਂ ਜਿਹੜੀਆਂ ਸਭ ਗੱਡੀਆਂ ਜਦੋਂ ਆਪਸ ਵਿੱਚ ਇੱਕ ਦੂਜੇ ਨਾਲ ਸਹੀ ਤਰੀਕੇ ਅਤੇ ਠੀਕ ਤਰੀਕੇ ਨਾਲ ਸਹੀ ਚੈਨਲ 'ਤੇ ਸੰਚਾਰ ਕਰਦੀਆਂ ਨੇ ਜਾਂ ਸੰਚਾਰ ਚੈਨਲ ਵਿੱਚ ਚੱਲਦੀਆਂ ਅਤੇ ਕਾਫਲੇ ਦੀ ਪੂਰੀ ਅਤੇ ਸਹੀ ਜਾਣਕਾਰੀ ਕਾਫਲਾ ਕਮਾਂਡਰ ਨੂੰ ਮਿਲਦੀ ਰਹਿੰਦੀ ਹੈ। ਅਗਰ ਸਾਰੇ ਗੱਡੀਆਂ ਦੇ ਜਿਹੜੇ ਸੰਚਾਰ ਜਿਹੜੇ ਸਾਧਨ ਹੈ ਸਹੀ ਚੈਨਲ 'ਤੇ ਲੱਗੇ ਹੋਣਗੇ ਤਾਂ ਉਹਦੇ ਜਿਹੜੇ ਆਪਰੇਟ ਕਰਨ ਵਾਲੇ ਬਿਲਕੁਲ ਸਹੀ ਕਰਦੇ ਆ ਅਤੇ ਉਸ ਪੂਰੇ ਕਾਫਲੇ ਦੀ ਜਿਹੜੀ ਜਾਣਕਾਰੀ ਹੈ ਉਹ ਜਿਹੜਾ ਕਾਨਵੇ ਕਮਾਂਡਰ ਹੈ ਜਾਂ ਕਾਫਲੇ ਦਾ ਕਮਾਂਡਰ ਨੂੰ ਮਿਲਦੀ ਰਹਿੰਦੀ ਹੈ। ਅੰਦਰੂਨੀ ਸੰਚਾਰ ਦਾ ਫਾਇਦਾ ਇਹ ਵੀ ਹੁੰਦਾ ਕਿ ਕੋਈ ਵੀ ਸਥਿਤੀ ਆਉਣ 'ਤੇ ਕਾਫਲੇ ਨੂੰ ਜਲਦੀ ਤੋਂ ਜਲਦੀ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ ਜਾਂ ਉਹਨੂੰ ਯੋਗ ਬਣਾਉਂਦੀ ਹੈ। ਅਤੇ ਇਸ ਤੋਂ ਅਗਾਂਹ ਆ ਗਿਆ ਪਹੁੰਚ ਵਾਲੇ ਸਾਧਨ ਨਾਲ ਸੰਚਾਰ। ਅਤੇ ਇਹਦੇ ਵਿੱਚ ਕੀ ਆ, ਕਾਫਲੇ ਦਾ ਰੇਡੀਓ ਸੰਚਾਰ ਪਹੁੰਚਣ ਵਾਲੇ ਸਥਾਨ ਜਾਂ ਨਾਲ ਸਥਾਪਿਤ ਹੋਣਾ ਚਾਹੀਦਾ ਹੈ। ਮਤਲਬ ਕਿ ਜਿੱਥੇ ਤੁਸੀਂ ਪਹੁੰਚਣਾ ਹੈ ਉੱਥੇ ਤੁਹਾਡਾ ਜਿਹੜਾ ਕਾਫਲੇ ਦਾ ਆ ਉਹਦਾ ਕਮਿਊਨੀਕੇਸ਼ਨ ਉੱਥੇ ਤੱਕ ਹੋਣਾ ਚਾਹੀਦਾ ਹੈ ਤੁਹਾਡਾ, ਜਿੱਥੇ ਤੁਹਾਡਾ ਕਾਫਲਾ ਚੱਲ ਰਿਹਾ ਔਰ ਜਿੱਥੇ ਤੁਹਾਡਾ ਲਾਸਟ ਪੁਆਇੰਟ ਹੈ। ਇਸ ਤੋਂ ਗੱਲ ਅੱਗੇ ਕਰੀਏ ਰੇਡੀਓ ਕਾਲ ਸਾਈਨ ਦੀ। ਰੇਡੀਓ ਕਾਲ ਸਾਈਨ ਇਹ ਉਹ ਹੁੰਦੇ ਨੇ ਜਿਹੜੇ ਕਿ ਇੱਕ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕੋਡ ਦੇ ਵਿੱਚ ਗੱਲ ਕਰਨੀ ਹੁੰਦੀ ਹੈ ਜਾਂ ਕੋਈ ਮਤਲਬ ਅਲੱਗ ਤੋਂ ਇੱਕ ਸਾਈਨ ਬਣਾਏ ਜਾਂਦੇ ਨੇ ਗੱਲਬਾਤ ਕਰਨ ਨੂੰ, ਜਿਹਨੂੰ ਖੁਫੀਆ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦਾ ਆਮ ਬੰਦਾ ਮਤਲਬ ਨਹੀਂ ਸਮਝ ਸਕਦਾ। ਅਤੇ ਰੇਡੀਓ ਕਾਲ ਸਾਈਨ ਜਿਹੜੇ ਆ ਉਹ ਨਿਯਮਤ ਤੌਰ 'ਤੇ ਬਦਲੀ ਕਰਦੇ ਰਹਿਣਾ ਚਾਹੀਦਾ ਹੈ। ਇਹ ਕਿਉਂ ਬਦਲੀ ਕਰਦੇ ਰਹਿਣਾ ਚਾਹੀਦਾ? ਇਹ ਖਾਸ ਕਰਕੇ ਉਦੋਂ ਜ਼ਰੂਰੀ ਹੋ ਜਾਂਦਾ ਜਦੋਂ ਕਿ ਇੱਕੋ ਹੀ ਸਿਕਿਉਰਿਟੀ ਸਕਾਡ ਬਾਰ-ਬਾਰ ਜਾਂ ਲਗਾਤਾਰ ਕਿਸੇ ਵੀ ਕਾਫਲੇ ਦੀ ਸੁਰੱਖਿਆ ਕਰਦੇ ਹਨ, ਕਿਉਂਕਿ ਉਹ ਰੋਜ਼ ਇੱਕੋ ਹੀ ਸਾਈਨ, ਇੱਕੋ ਹੀ ਭਾਸ਼ਾ, ਇੱਕੋ ਹੀ ਕੋਡ ਇਸਤੇਮਾਲ ਕਰਦੇ ਹਨ। ਤਾਂ ਜਿਹੜੇ ਹਮਲਾਵਰ ਆ ਜਾਂ ਫਿਰ ਕੋਈ ਦਹਿਸ਼ਤਗਰਦ ਆ ਉਹਨਾਂ ਕੋਡਾਂ ਨੂੰ ਪਕੜ ਕੇ ਉਹ ਤੁਹਾਡੀ ਕਮਿਊਨੀਕੇਸ਼ਨ ਦੀਆਂ ਆਪਸ ਵਿੱਚ ਗੱਲਾਂ ਜਿਹੜੀਆਂ ਸੁਣ ਸਕਦੇ, ਸਮਝ ਸਕਦੇ ਆ ਅਤੇ ਤੁਹਾਡੇ ਪਲਾਨ ਬਾਰੇ ਉਹਨਾਂ ਨੂੰ ਪਤਾ ਲੱਗ ਸਕਦਾ। ਅਤੇ ਲਗਾਤਾਰ ਵਰਤੇ ਜਾਣ ਵਾਲੇ ਜਿਹੜੇ ਕਾਲ ਸਾਈਨ ਦੀ ਵਰਤੋਂ ਨਾਲ ਕਿ ਜੇ ਤੁਸੀਂ ਇੱਕੋ ਤਰ੍ਹਾਂ ਦੇ ਕਾਲ ਸਾਈਨ ਜਾਂ ਫਿਰ ਆਪਣਾ ਉਹ ਜਿਹੜੇ ਕੋਡ ਆ ਵਰਤਦੇ ਆ ਤਾਂ ਉਹਨਾਂ ਤੁਹਾਡੀ ਜਿਹੜੀ ਗੋਪਨੀਯਤਾ ਆ ਉਹ ਖਤਮ ਹੋ ਜਾਂਦੀ ਹੈ ਅਤੇ ਇਹਦੇ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ। ਅਤੇ ਜਿਹੜੇ ਸਿਕਿਉਰਿਟੀ ਦੇ ਸਕਾਟ ਹੁੰਦੇ ਆ ਉਹ ਕਾਲ ਸਾਈਨ ਦਾ ਇਸਤੇਮਾਲ ਕਰਨ ਵਿੱਚ ਬਹੁਤ ਚੰਗੀ ਤਰ੍ਹਾਂ ਮਾਹਰ ਹੋਣੇ ਚਾਹੀਦੇ, ਤਦ ਹੀ ਇਹ ਕੰਮ ਸਿਰੇ ਚੜ੍ਹ ਸਕਦਾ ਹੈ। ਇਸ ਤੋਂ ਅਗਾਂਹ ਗੱਲ ਆਉਂਦੀ ਹੈ ਡਰਾਈਵਰ ਦੀ ਤਿਆਰੀ ਦੀ। ਇੱਕ ਜਿਹੜਾ ਹੁਣ ਤੁਸੀਂ ਪੁੱਛੋਗੇ ਡਰਾਈਵਰ ਦੀ ਤਿਆਰੀ ਦੀ ਕੀ ਜ਼ਰੂਰਤ ਹੈ? ਨਹੀਂ, ਜਦੋਂ ਸਿਕਿਉਰਿਟੀ ਸਕਾਟ ਦੀ ਡਿਊਟੀ ਕਰਦੇ ਦੇ ਜਿਹੜੇ ਡਰਾਈਵਰ ਦੀ ਅਹਿਮ ਭੂਮਿਕਾ ਜਿਹੜੀ ਹੁੰਦੀ ਹੈ ਉਹ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਇਸ ਟਾਈਮ ਦੇ ਉੱਤੇ। ਜਿਹੜੇ ਸਿਕਿਉਰਿਟੀ ਸਕਾਟ ਦੀ ਡਿਊਟੀ ਕਰਦੇ ਨੇ ਉਹਦੇ ਜਿਹੜਾ ਡਰਾਈਵਰ ਹੁੰਦਾ ਉਹਦੀ ਅਹਿਮ ਭੂਮਿਕਾ ਹੁੰਦਾ, ਚਾਹੇ ਉਹ VIP ਦੀ ਗੱਡੀ ਦਾ ਡਰਾਈਵਰ ਹੋਵੇ ਜਾਂ ਕਾਫਲੇ ਵਿੱਚ ਸ਼ਾਮਿਲ ਕਿਸੇ ਵੀ ਦੂਜੀ ਗੱਡੀ ਦੇ ਡਰਾਈਵਰ ਹੋਣ। ਇਸ ਲਈ ਕੁਝ ਮਹੱਤਵਪੂਰਨ ਸਾਵਧਾਨੀਆਂ ਨੇ ਜਿਹੜੀਆਂ ਉਹਨਾਂ ਨੂੰ ਵਰਤਣੀਆਂ ਚਾਹੀਦੀਆਂ ਨੇ, ਜਾਂ ਕਹਿ ਸਕਦੇ ਹਾਂ ਅਸੀਂ ਜਿਹੜਾ ਹਰ ਇੱਕ ਜਿਹੜਾ ਡਰਾਈਵਰ ਹੈ ਯਾਤਰਾ ਨੂੰ ਸੁਰੱਖਿਅਤ ਅਤੇ ਸਹੀ ਸਮੇਂ ਸਿਰ ਪਹੁੰਚਾਉਣ ਲਈ ਜਾਂ ਫਿਰ ਉਹਨੂੰ ਪਹੁੰਚਾ ਸਕੇ, ਇਸ ਲਈ ਹਰ ਡਰਾਈਵਰ ਨੂੰ ਗੱਡੀ ਚਲਾਉਣ ਤੋਂ ਪਹਿਲਾਂ ਜਿਹੜੀਆਂ ਕੁਝ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨੇ। ਉਹ ਕਿਹੜੀਆਂ ਨੇ? ਜਿੱਦਾਂ ਮਤਲਬ ਕਹਿੰਦੇ ਵਿਜ਼ਨ, ਅਸੀਂ ਵਿਜ਼ਨ ਜਾਂ ਦ੍ਰਿਸ਼ਟੀ ਵੀ ਕਹਿ ਸਕਦੇ ਹਾਂ ਇਹਨੂੰ, ਦ੍ਰਿਸ਼ਟੀ ਵਿਜ਼ਨ ਇੱਕੋ ਹੀ ਗੱਲ ਆ। ਸੁਰੱਖਿਅਤ ਜਿਹੜਾ ਡਰਾਈਵਰ ਆ, ਸੁਰੱਖਿਅਤ ਡਰਾਈਵਰ ਜਿਹੜਾ ਹੈਗਾ ਆਪਣਾ ਸਕਾਟ ਦਾ, ਉਹਦੀ ਜਿਹੜੀ ਦੇਖਣ ਦੀ ਜਿਹੜੀ ਨਜ਼ਰ ਆ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ।
ਅਤੇ ਉਸ ਜੇ ਤੁਸੀਂ ਸਪਸ਼ਟ ਤੌਰ 'ਤੇ ਉਹ ਨਹੀਂ ਦੇਖ ਸਕਦਾ ਤਾਂ ਇਸ ਨਾਲ ਵੀ ਨੁਕਸਾਨ ਹੋ ਸਕਦਾ ਹੈ ਅਤੇ ਤੁਸੀਂ ਦੂਰੀਆਂ ਜਾਂ ਸਥਾਨਾਂ ਦੀਆਂ ਮੁਸੀਬਤਾਂ ਦਾ ਨਿਰਣੈ ਨਹੀਂ ਕਰ ਸਕਦੇ। ਅਗਰ ਤੁਹਾਨੂੰ ਦੇਖਣ ਵਿੱਚ ਥੋੜ੍ਹੀ ਪ੍ਰੋਬਲਮ ਤਾਂ ਦੂਰ ਤੁਹਾਨੂੰ ਕੋਈ ਵੀ ਜਿਹੜੀ ਕੋਈ ਪ੍ਰੋਬਲਮ ਆਉਂਦੀ ਆ ਸਥਾਨ ਦੀ ਜਾਂ ਦੂਰੀ ਦੇ ਉੱਤੇ ਕੁਛ ਨਜ਼ਰ ਨਹੀਂ ਆਉਂਦਾ, ਉਹਦੇ ਨਾਲ ਤੁਹਾਡੇ ਕਾਫੀ ਪ੍ਰੋਬਲਮ ਆ ਸਕਦੀ ਹੈ। ਤੁਸੀਂ ਵਧੀਆ ਤਰੀਕੇ ਨਾਲ ਸਕਾਊਟ ਦੀ ਗੱਡੀ ਨਹੀਂ ਚਲਾ ਸਕਦੇ। ਅੱਗੇ ਸੁਣਨ ਦੀ ਸ਼ਕਤੀ ਤੁਹਾਡੀ ਵਧੀਆ ਹੋਣੀ ਚਾਹੀਦੀ ਆ, ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦੀ ਆ ਕਿ ਕੋਈ ਬੰਦਾ ਐਮਰਜੈਂਸੀ ਦੇ ਵਾਸਤੇ ਹਾਰਨ ਵਜਾਉਂਦਾ ਜਾਂ ਕੋਈ ਸਾਇਰਨ ਵਜਾਉਂਦਾ ਆ, ਜਾਂ ਫਿਰ ਟਾਇਰਾਂ ਦੀ ਚੀਕਣ ਦੀ ਆਵਾਜ਼, ਉਹ ਕਿਸ ਤਰ੍ਹਾਂ ਜੇ ਲੱਗੇ ਸਡਨਲੀ ਕੋਈ ਬ੍ਰੇਕ ਮਾਰ ਦਿੰਦਾ ਹੈ। ਅਤੇ ਇਹ ਚੀਜ਼ਾਂ ਅਗਰ ਤੁਹਾਡੇ ਸੁਣਨ ਦੀ ਸ਼ਕਤੀ ਤੇਜ਼ ਹੈ, ਤੁਸੀਂ ਇਹਨਾਂ ਚੀਜ਼ਾਂ ਨੂੰ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ, ਭਾਪ ਸਕਦੇ ਹੋ ਕਿ ਹੋ ਸਕਦਾ ਕੋਈ ਨਾ ਕੋਈ ਹਾਦਸੇ ਦਾ ਸੰਕੇਤ ਹੋਵੇ। ਇਸ ਕਰਕੇ ਲਈ ਸੁਣਨ ਦੀ ਸ਼ਕਤੀ ਡਰਾਈਵਰ ਦੀ ਵਧੀਆ ਹੋਣੀ ਚਾਹੀਦੀ ਆ। ਅੱਗੇ ਆ ਗਿਆ ਥਕਾਵਟ ਜਾਂ ਸੁਸਤ ਡਰਾਈਵਿੰਗ। ਇਹਦੇ ਵਿੱਚ ਅਗਰ ਦੇਖੀਏ ਤਾਂ ਜਿਹੜਾ ਥਕਾਵਟ ਜਾਂ ਸੁਸਤੀ ਤੁਹਾਡੀ ਨਜ਼ਰ ਨੂੰ ਪ੍ਰਭਾਵਿਤ ਕਰ ਦਿੰਦੀ ਹੈ, ਕਿਉਂਕਿ ਜੇ ਸੁਸਤੀ ਹੋਵੇ ਤਾਂ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਗੱਡੀ ਚਲਾ ਨਹੀਂ ਸਕਦੇ। ਗੱਡੀ ਚਲਾ ਉਸ ਟਾਈਮ ਐਕਸੀਡੈਂਟ ਹੋਣ ਦਾ ਡਰ ਰਹਿੰਦਾ, ਖਤਰਾ ਡਰ ਰਹਿੰਦਾ। ਇਸ ਕਰਕੇ ਲਈ ਜਿਹੜੀਆਂ ਜਦੋਂ ਅਸੀਂ ਗੱਡੀ ਚਲਾਉਂਦੇ ਹਾਂ ਸੁਸਤੀ ਦੇ ਵਿੱਚ, ਉਸ ਟਾਈਮ ਕਿਹੜੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਗੱਡੀ ਚਲਾਉਂਦੇ ਟਾਈਮ ਜਿਹੜਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਰੇਡੀਓ ਵਗੈਰਾ ਚਾਲੂ ਨਹੀਂ ਕਰਨਾ ਚਾਹੀਦਾ, ਏਅਰ ਕੰਡੀਸ਼ਨ ਚਾਲੂ ਨਹੀਂ ਕਰਨਾ ਚਾਹੀਦਾ, ਕਿਉਂਕਿ ਸੁਸਤੀ ਤਾਂ ਪਹਿਲਾਂ ਹੀ ਪਈ ਆ। ਜੇ ਏਅਰ ਕੰਡੀਸ਼ਨ ਚਾਲੂ ਕਰ ਲਵਾਂਗੇ ਹੋਰ ਨੀਂਦ ਆ ਜਾਏਗੀ। ਅਤੇ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਆ ਉਹ ਕੀ ਕਰਨੇ ਚਾਹੀਦੇ ਆ, ਅਤੇ ਡਰਾਈਵਿੰਗ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਆਰਾਮਦਾਇਕ ਇੱਕ ਨੀਂਦ ਲੈ ਲੈਣੀ ਚਾਹੀਦੀ ਆ, ਤਾਂ ਕਿ ਜਿੱਦਾਂ ਤੁਸੀਂ ਕੱਲ੍ਹ ਨੂੰ ਜਾਣਾ ਅਤੇ ਅੱਜ ਆਰਾਮਦਾਇਕ ਨੀਂਦ ਲਓਗੇ, ਆਰਾਮ ਕੀਤਾ ਹੋਊਗਾ, ਤਦ ਹੀ ਤੁਸੀਂ ਵਧੀਆ ਤਰੀਕੇ ਨਾਲ ਗੱਡੀ ਚਲਾ ਪਾਓਗੇ। ਜਦੋਂ ਤੁਸੀਂ ਸੁਸਤੀ ਮਹਿਸੂਸ ਕਰਦੇ ਹੋ ਤਾਂ ਡਰਾਈਵਰ ਨੂੰ ਬਦਲ ਲੈਣਾ ਚਾਹੀਦਾ। ਇਹ ਨਹੀਂ ਕਿ ਇੱਕੋ ਡਰਾਈਵਰ ਲੌਂਗ ਰੂਟ 'ਤੇ ਚੱਲੀ ਜਾ ਰਿਹਾ, ਅਗਰ ਉਹਨੂੰ ਨੀਂਦ ਆਉਂਦੀ, ਸੁਸਤੀ ਆਉਂਦੀ ਤਾਂ ਉਹਨੂੰ ਚੇਂਜ ਕਰ ਦੇਣਾ ਚਾਹੀਦਾ, ਤਾਂ ਕਿ ਕੋਈ ਹਾਦਸਾ ਨਾ ਹੋ ਸਕੇ। ਅਤੇ ਕੋਈ ਵੀ ਹੁਣ ਇਸ ਤੋਂ ਅਗਾਂਹ ਕੀ ਹੈ, ਗੱਡੀ ਚਲਾਉਣ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਮਤਲਬ ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਐਵੇਂ ਨਹੀਂ ਆਪਣੀ ਮਰਜ਼ੀ ਨਾਲ ਕੋਈ ਦਵਾਈ ਲੈ ਲਓ ਜੀ, ਸਰੀਰ ਟੁੱਟਦਾ ਭੱਜਦਾ, ਉਹਨਾਂ ਵੀ ਤੁਹਾਨੂੰ ਨੀਂਦ ਆਉਂਦੀ ਆ। ਤੁਹਾਨੂੰ ਅਲਕੋਹਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਤੇ ਇਸ ਤੋਂ ਗੱਲ ਅੱਗੇ ਆ ਜਾਂਦੀ ਆ ਸਿਹਤ ਅਤੇ ਭਾਵਨਾਵਾਂ। ਸਿਹਤ ਅਤੇ ਭਾਵਨਾਵਾਂ ਜਿਹੜੀਆਂ ਡਰਾਈਵਰ ਨੂੰ, ਇਹ ਵੀ ਡਰਾਈਵਰੀ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਸੁਰੱਖਿਅਤ ਡਰਾਈਵਰ ਲਈ ਆਪਣੀਆਂ ਭਾਵਨਾਵਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਜਿਹੜਾ ਸੁਰੱਖਿਆ ਗੱਡੀ ਦਾ ਡਰਾਈਵਰ ਆ, ਉਹਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੇ ਦਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਉਹਨੂੰ ਕੀ ਧਿਆਨ 'ਚ ਰੱਖਣਾ ਚਾਹੀਦਾ ਹੈ, ਉਹਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਨਿਗਾਹ ਦੀ ਸਮੇਂ ਸਿਰ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਅਤੇ ਆਪਣੇ ਰੈਗੂਲਰ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਉਹ ਇੱਕ ਵਧੀਆ ਤਰੀਕੇ ਨਾਲ ਇੱਕ ਸਕਾਊਟ ਦਾ ਡਰਾਈਵਰ ਬਣ ਸਕੇ। ਇਸ ਤੋਂ ਅਗਾਂਹ ਆ ਜਾਂਦੀ ਸੁਰੱਖਿਆ ਦੀ ਲਈ ਸਹਾਇਤਾ। ਜਿਹੜਾ ਕਹਿ ਸਕਦੇ ਹਾਂ ਇਹਦੇ ਵਿੱਚ ਅਸੀਂ ਪੀੜਤ ਗਵਾਹ ਸਹਾਇਤਾ ਪ੍ਰੋਗਰਾਮ ਦੀ ਭੂਮਿਕਾ। ਇਹ ਸੁਨਿਸ਼ਚਿਤ ਕਰਨਾ ਹੈ ਕਿ ਸੰਘੀ ਅਪਰਾਧ ਅਤੇ ਪੀੜਤ ਅਤੇ ਗਵਾਹਾਂ ਜਿਨ੍ਹਾਂ ਨੂੰ ਸਰੀਰਕ, ਵਿੱਤੀ ਜਾਂ ਭਾਵਨਾਤਮਕ ਸਦਮੇ ਸਹਿਣੇ ਪਏ ਹਨ, ਉਹਨਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹ ਸਹਾਇਤਾ ਅਤੇ ਸੁਰੱਖਿਆ ਪ੍ਰਾਪਤ ਕਰੇ ਜਿਸ ਦਾ ਉਹ ਕਾਨੂੰਨ ਦੇ ਅਧੀਨ ਹੱਕਦਾਰ ਹੈ। ਮਤਲਬ ਕੀ ਆ, ਸੁਰੱਖਿਆ ਗਾਰਡ ਨੌਕਰੀ ਦੇ ਵੇਰਵੇ ਵਿੱਚ ਕੁਝ ਸੁਰੱਖਿਆ ਗਾਰਡ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਕੀ ਹੋਣੀਆਂ ਚਾਹੀਦੀਆਂ ਹਨ, ਉਹਦੇ ਬਾਰੇ ਗੱਲ ਕੀਤੀ ਗਈ ਹੈ। ਬਕਾਇਦਾ ਜਿਹੜੀ ਨਿਗਰਾਨੀ ਕਰਦੇ ਰਹਿਣਾ ਚਾਹੀਦਾ, ਗਸ਼ਤ ਕਰਨੀ ਚਾਹੀਦੀ ਉਹਨਾਂ ਨੂੰ। ਜਾਇਦਾਦਾਂ ਦੇ ਦਾਖਲੇ ਦੀ ਨਿਗਰਾਨੀ ਕਰਨੀ ਚਾਹੀਦੀ। ਲੋਕਾਂ ਦੇ ਵਾਹਨਾਂ ਦੇ ਪ੍ਰਵੇਸ਼ ਦੁਆਰ 'ਤੇ ਮਤਲਬ ਅਧਿਕਾਰਿਤ ਕਰਨਾ ਚਾਹੀਦਾ ਹੈ। ਕਿਸੇ ਵੀ ਸ਼ੱਕੀ ਵਤੀਰੇ ਜਾਂ ਘਟਨਾ ਵਾਲੇ ਬਾਰੇ ਦੱਸਦੇ। ਇਹ ਤਾਂ ਪਹਿਲਾਂ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਹੜੀ ਇੱਕ ਸਿਕਿਉਰਿਟੀ ਗਾਰਡ ਜਿਹੜੇ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਹੈ, ਉਹਨੂੰ ਫਸਟ ਏਡ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਆ ਇਹਦੇ ਵਿੱਚ ਆ ਜਾਂਦੀਆਂ। ਇਸ ਤੋਂ ਅਗਾਂਹ ਦੀ ਗੱਲ ਕਰੀਏ, ਸਰੀਰਕ ਸੁਰੱਖਿਆ ਲਈ ਵਿਅਕਤੀਗਤ ਸੁਰੱਖਿਆ ਦਾ ਅਧਿਕਾਰ। ਅਤੇ ਇਹਦੇ ਵਿੱਚ ਇਹ ਵੀ ਇਸ ਦਾ ਇੱਕ ਮੇਨ ਚੈਪਟਰ ਹੈ, ਜਿਸ ਵਿੱਚ ਅਸੀਂ ਗੱਲ ਕਰ ਸਕਦੇ ਹਾਂ PSO ਦੀ। ਇੱਕ ਨਿੱਜੀ ਸੁਰੱਖਿਆ ਅਧਿਕਾਰੀ ਇੱਕ ਸਿਕਿਉਰਿਟੀ ਗਾਰਡ ਦੀ ਤਰ੍ਹਾਂ ਹੁੰਦਾ ਹੈ। ਇਸ ਦੀ ਡਿਊਟੀ ਖਾਸ ਵਿਅਕਤੀ ਜਾਂ ਲੋਕਾਂ ਦੇ ਖਾਸ ਸਮੂਹ ਨੂੰ ਹਰ ਤਰ੍ਹਾਂ ਦੇ ਖਤਰੇ ਤੋਂ ਬਚਾਉਣ ਵਾਸਤੇ ਲਗਾਈ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਚੋਰੀ, ਹਮਲਾ, ਅਪਹਰਣ, ਹੱਤਿਆ ਅਤੇ ਛੇੜਖਾਨੀ ਤੋਂ ਬਚਾਉਣਾ। ਇਹ ਸਾਰੀਆਂ ਜਿਹੜੀਆਂ ਡਿਊਟੀਆਂ ਇਹ ਨਿੱਜੀ ਸੁਰੱਖਿਆ ਗਾਰਡ ਦੇ ਅੰਡਰ ਵਿੱਚ ਆਉਂਦੀਆਂ ਨੇ। ਨਿੱਜੀ ਸੁਰੱਖਿਆ ਗਾਰਡ ਨੂੰ ਅਸੀਂ PSO ਵੀ ਕਹਿ ਦਿੰਦੇ ਹਾਂ। ਹੁਣ PSO ਜ਼ਿੰਮੇਵਾਰੀਆਂ ਕੀ ਹੁੰਦੀਆਂ, ਰੋਜ਼ਾਨਾ ਦੀ ਜਿਹੜੀ ਜ਼ਿੰਮੇਵਾਰੀ ਉਹਦੀ ਕੀ ਆ ਕਿ VIP ਜਿਹੜਾ ਹੈਗਾ ਆ, ਜਿਹਨੇ ਉਹਨੂੰ ਹਾਇਰ ਕੀਤਾ ਹੈ, ਉਹਦੀਆਂ ਰੋਜ਼ਾਨਾ ਦੀਆਂ ਹੋਣ ਵਾਲੀਆਂ ਗਤੀਵਿਧੀਆਂ ਨੂੰ ਚੈੱਕ ਕਰਨਾ ਚਾਹੀਦਾ ਹੈ। ਅਤੇ ਬਾਕੀ ਜਿਹੜੇ ਉਹਦੇ ਟੀਮ ਦੇ ਹਰੇਕ ਮੈਂਬਰ ਆ, ਉਹਨਾਂ ਦੀ ਹਰੇਕ ਬੰਦੇ ਦੀ ਆਪਣੀ ਆਪਣੀ ਜ਼ਿੰਮੇਵਾਰੀ ਉਹਨਾਂ ਦੇ ਹਿਸਾਬ ਨਾਲ ਉਹਨੂੰ ਵੰਡ ਦੇਣੀ ਚਾਹੀਦੀ ਆ, ਯੋਗਤਾ ਦੇ ਹਿਸਾਬ ਨਾਲ।
ਸੁਰੱਖਿਆ ਸੰਬੰਧੀ ਜਿਹੜੀਆਂ ਤਿਆਰੀਆਂ ਕਰਨਾ ਚਾਹੀਦਾ। ਜੇ ਉਹਦੇ ਵਿੱਚ ਕੋਈ ਉਸ ਨੂੰ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਵਿਕਲਪ ਬਾਰੇ ਉਹਦੀ ਜਿਹੜੀ ਯੋਜਨਾ ਬਣਾ ਲੈਣੀ ਚਾਹੀਦੀ ਹੈ ਕਿ ਇਹਦੇ ਅਗਰ ਐਮਰਜੈਂਸੀ ਦੇ ਟਾਈਮ 'ਤੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਇਹਦੇ ਵਿਕਲਪ ਵਿੱਚ ਅਸੀਂ ਕਿਹੜੀ ਯੋਜਨਾ ਇਸਤੇਮਾਲ ਕਰ ਸਕਦੇ ਹਾਂ। ਅਤੇ ਅਗਰ ਤੁਸੀਂ VIP ਦੇ ਨਾਲ ਵਿਜ਼ਿਟ ਕਰਨਾ ਹੋਵੇ ਜਾਂ ਗੱਡੀ ਚਲਾਉਣ ਦੀ ਤੁਹਾਨੂੰ ਕਾਰਵਾਈ ਕਰਨੀ ਪੈ ਜਾਵੇ, ਉਸ ਟਾਈਮ 'ਤੇ ਤੁਹਾਨੂੰ ਕੀ ਆ ਹਥਿਆਰਲੈਸ ਗੱਡੀ ਨੂੰ ਤੁਹਾਨੂੰ ਚਲਾਉਣਾ ਆਉਣਾ ਚਾਹੀਦਾ ਹੈ। ਜਦੋਂ ਅਧਿਕਾਰੀ ਆਰਾਮ ਜਾਂ ਮੀਟਿੰਗ ਵਿੱਚ ਹੋਵੇ ਤਾਂ ਤੁਹਾਨੂੰ ਗੱਡੀ ਦੀ ਉਸ ਟਾਈਮ ਨਿਗਰਾਨੀ ਕਰਨੀ ਚਾਹੀਦੀ ਆ। ਸੁਰੱਖਿਆ ਅਧਿਕਾਰੀ ਲਈ ਹਰ ਵਕਤ ਤੁਹਾਨੂੰ ਚੁਕੰਨੇ ਰਹਿਣਾ ਚਾਹੀਦਾ ਹੈ। ਤਾਂ ਉਸ ਤੋਂ ਅੱਗੇ ਆ ਗਿਆ, ਜੇ ਤੁਹਾਨੂੰ ਉਸ ਅਧਿਕਾਰੀ ਲਈ ਜੇ ਤੁਸੀਂ ਐਸਕੌਰਟ ਡਿਊਟੀ ਕਰਦੇ ਆ ਤਾਂ ਉਸ ਟਾਈਮ ਕੀ ਕਰਨਾ ਚਾਹੀਦਾ, ਅਧਿਕਾਰੀ ਦੇ ਨਜ਼ਦੀਕ ਤੋਂ ਉਹਦੀ ਅਧਿਕਾਰੀ ਜਿਹੜਾ ਉਹਨੂੰ VIP ਨੂੰ ਨਜ਼ਦੀਕ ਤੋਂ ਉਹਨੂੰ ਸੁਰੱਖਿਆ ਦੇਣੀ ਚਾਹੀਦੀ ਆ। ਅਧਿਕਾਰੀ ਉੱਤੇ ਕਿਸੇ ਵੀ ਕਿਸਮ ਦਾ ਹੋਣ ਵਾਲਾ ਹਮਲਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਸ਼ੱਕੀ ਅੰਦੇਸ਼ਾ ਹੁੰਦਾ ਕਿ ਜਿਹਦੇ ਨਾਲ ਨੁਕਸਾਨ ਪਹੁੰਚਾਇਆ ਜਾ ਸਕੇ, ਉਹਨਾਂ ਚੀਜ਼ਾਂ ਤੋਂ ਤੁਹਾਨੂੰ ਚੁਕੰਨੇ ਰਹਿਣਾ ਚਾਹੀਦਾ ਹੈ। ਕਿਸੇ ਸ਼ੱਕੀ ਜਾਂ ਖਤਰਨਾਕ ਇਲਾਕੇ ਵਿੱਚ ਅਧਿਕਾਰੀ ਨੂੰ ਐਸਕੌਰਟ ਕਰਨਾ ਜਿਹੜਾ ਉਹ ਤੁਹਾਡੀ ਮੇਨ ਜ਼ਿੰਮੇਵਾਰੀ ਆ। ਬਾਕੀ ਯਾਤਰਾ ਦੇ ਦੌਰਾਨ ਜੇ ਅਧਿਕਾਰੀ ਕੋਈ ਯਾਤਰਾ ਕਰਦਾ ਹੈ ਤਾਂ ਗੱਡੀ ਲਈ ਸੰਭਵ ਗੋਲਾ ਬਾਰੂਦ ਦਾ ਨਿਰੀਖਣ ਤੁਹਾਨੂੰ ਕਰਨਾ ਚਾਹੀਦਾ ਹੈ। ਸੰਭਵ ਸਨਾਈਪਰ ਦੀ ਮੋਨੀਟਰਿੰਗ ਕਰਨਾ ਚਾਹੀਦਾ ਹੈ। ਸੰਚਾਰ ਜਿਹੜੇ ਯੰਤਰ ਆ ਜਾਂ ਬਿਜਲੀ ਯੰਤਰ ਆ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹਦੇ ਵਿੱਚ ਕੋਈ ਖਰਾਬੀ ਤਾਂ ਨਹੀਂ ਹੈਗੀ, ਉਹ ਪੂਰੇ ਕੰਮ ਕਰ ਰਹੇ ਕਿ ਨਹੀਂ ਕਰ ਰਹੇ। ਅਤੇ ਅਧਿਕਾਰੀ ਨਾਲ ਜਿਹੜੇ ਮਿਲਣ ਵਾਲੇ ਲੋਕ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਹਾਸਲ ਹੋਣੀ ਚਾਹੀਦੀ ਆ, ਪਤਾ ਹੋਣਾ ਚਾਹੀਦਾ। ਉਹਨਾਂ ਲੋਕਾਂ ਦੀ ਲਿਸਟ ਨੂੰ ਚੈੱਕ ਕਰਨਾ ਚਾਹੀਦਾ। ਹਰੇਕ ਵਿਅਕਤੀ ਜਿਹੜੀ ਪੁੱਠ ਭੂਮੀ ਬਾਰੇ ਵਿਸ਼ਲੇਸ਼ਣ ਕਰਨਾ ਤਾਂ ਕਿ ਸੰਭਵ ਖਤਰੇ ਨੂੰ ਰੋਕਿਆ ਜਾ ਸਕੇ। ਇਹ ਨਾ ਹੋਵੇ ਕਿ ਤੁਹਾਨੂੰ ਪਤਾ ਹੀ ਨਹੀਂ ਬੰਦਾ ਕਿਹੜਾ ਕਿੱਥੋਂ ਆ ਕੇ ਤੁਹਾਡੇ VIP ਨਾਲ ਮਿਲ ਰਿਹਾ ਤਾਂ ਉਸ ਟਾਈਮ 'ਤੇ ਖਤਰੇ ਦਾ ਅੰਦੇਸ਼ਾ ਵੀ ਵੱਧ ਜਾਂਦਾ। ਇਸ ਤੋਂ ਅੱਗੇ ਆਉਂਦਾ ਬਚਾਅ ਕਰਨ ਵਾਲੇ ਤਰੀਕੇ। ਹੁਣ ਜੇ ਕੋਈ ਇੱਦਾਂ ਦੀ ਹਾਦਸਾ ਹੋ ਜਾਂਦਾ ਹੈ ਜਾਂ ਕੋਈ ਇੱਦਾਂ ਦੀ ਸ਼ੰਕਾ ਪੈਦਾ ਹੁੰਦੀ ਹੈ ਤਾਂ ਕਹਿ ਸਕਦੇ ਹਾਂ ਕਿ ਬਚਾਅ ਕਰਨ ਵਾਲੇ ਤਰੀਕੇ ਕੀ ਹੋ ਸਕਦੇ ਨੇ। ਜਿਹੜਾ PSO ਆ ਉਹਨੂੰ ਬਿਨਾਂ ਹਥਿਆਰ ਤੋਂ ਲੜਾਈ ਕਰਨ ਲਈ ਜਿਹੜੀ ਟ੍ਰੇਨਿੰਗ ਉਹ ਲੈਣੀ ਜ਼ਰੂਰੀ ਹੁੰਦੀ ਹੈ। ਇਹ ਗੈਰ ਘਾਤਕ ਹਥਿਆਰਾਂ ਦਾ ਇਸਤੇਮਾਲ ਕਰਨ ਵਿੱਚ ਉਹਨੂੰ ਮਹਾਰਤ ਹਾਸਲ ਹੋਣੀ ਚਾਹੀਦੀ ਹੈ। ਗੈਰ ਘਾਤਕ ਕਿੱਦਾਂ ਹੁੰਦੇ, ਜਿਵੇਂ ਕਿ ਲਾਲ ਮਿਰਚੀ ਪਾਊਡਰ ਮੰਨ ਲਓ ਕਿਸੇ 'ਤੇ ਪਾ ਦੇਣਾ, ਜਾਂ ਫਿਰ ਡੰਡੇ ਨਾਲ ਉਹਨੂੰ ਚਲਾਉਣਾ ਆਉਣਾ ਚਾਹੀਦਾ, ਡੰਡੇ ਨਾਲ ਕੁੱਟਮਾਰ ਕਰਨੀ ਚਾਹੀਦੀ ਆ। ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਘਾਤਕ ਹਥਿਆਰ ਹੁੰਦੇ ਆ। ਬਾਕੀ ਇਹ ਅਧਿਕਾਰੀ ਦੀ ਜਿਹੜੀ ਸੁਰੱਖਿਆ ਲਈ ਘਾਤਕ ਹਥਿਆਰਾਂ ਦਾ ਇਸਤੇਮਾਲ ਵੀ ਉਹਨੂੰ ਕਰਨਾ ਆਉਣਾ ਚਾਹੀਦਾ। ਇਹ ਨਹੀਂ ਕਿ ਇਕੱਲਾ ਗੈਰ ਘਾਤਕ ਹਥਿਆਰਾਂ ਦਾ ਇਸਤੇਮਾਲ ਵੀ ਕਰਨਾ ਆਉਣਾ ਚਾਹੀਦਾ, ਜਿਵੇਂ ਕਿ ਪਿਸਤੌਲ ਹੋ ਗਿਆ, ਮਸ਼ੀਨ ਗਨ ਹੋ ਗਿਆ, ਸਨਾਈਪਰ ਰਾਈਫਲ ਹੋ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਉਹਨੂੰ ਇਸਤੇਮਾਲ ਕਰਨਾ ਆਉਣਾ ਚਾਹੀਦਾ। ਬਾਕੀ ਅੱਗੇ ਹੈਗਾ ਇਲਾਕੇ ਦੇ ਮੌਸਮ ਬਾਰੇ ਜਾਣਕਾਰੀ। ਜਿਸ ਇਲਾਕੇ ਦੇ ਵਿੱਚ ਤੁਹਾਡਾ VIP ਜਾ ਰਿਹਾ ਹੈ ਉਸ ਇਲਾਕੇ ਦੇ ਮੌਸਮ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਖਰਾਬ ਮੌਸਮ ਹੋਣ ਦੇ ਉੱਤੇ ਜਿਹੜੀ ਮੌਜੂਦਾ ਸਥਿਤੀ ਦੀ ਜਿਹੜੀ ਜਾਣਕਾਰੀ ਆਪਣੇ ਤੁਹਾਨੂੰ ਸੁਪੀਰੀਅਰ ਨੂੰ ਦੇਣੀ ਚਾਹੀਦੀ ਆ। ਅਤੇ ਇਹ ਜਿਹੜੀਆਂ ਗੱਲਾਂ ਸਾਰੀਆਂ ਇਹ PSO ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਗੱਲਾਂ ਵਿੱਚ ਸ਼ਾਮਿਲ ਹੈ। PSO ਦੀ ਰੋਜ਼ਾਨਾ ਜ਼ਿੰਦਗੀ ਦੀ ਜਿਹੜੀ ਮੇਨ ਜ਼ਿੰਮੇਵਾਰੀ ਜਿਹੜੀ ਸਾਰੀਆਂ ਨਿਚੋੜ ਕੱਢਿਆ ਜਾਵੇ ਤਾਂ ਦੇਖਿਆ ਜਾਵੇ ਤਾਂ ਇਹਦਾ ਕੀ ਨਿਕਲਦਾ ਹੈ। ਅਧਿਕਾਰੀ ਦੀ ਰੋਜ਼ਾਨਾ ਦੀ ਜਿਹੜੀ ਕਾਰਵਾਈ ਦੀ ਲਿਸਟ ਚੈੱਕ ਕਰਨਾ ਕਿ ਅਧਿਕਾਰੀ ਜਿਹੜਾ ਹੈਗਾ VIP ਹੈ ਉਹ ਰੋਜ਼ਾਨਾ ਕੀ ਕੰਮ ਕਰਦਾ, ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਸੈਰ ਨੂੰ ਜਾਂਦਾ, ਕਿੰਨੇ ਵਜੇ ਕੀ ਕਰਦਾ। ਅਧਿਕਾਰੀ ਦੀ ਜਿਹੜੀ ਆ ਸੁਰੱਖਿਆ ਦੇ ਪ੍ਰਣਾਮ ਅਤੇ ਸੰਭਾਵਿਤ ਯੋਜਨਾ ਬਣਾਉਣਾ। ਸੁਰੱਖਿਆ ਦੇ ਪ੍ਰਣਾਮ ਦੇ ਹਿਸਾਬ ਦੇ ਨਾਲ ਫਿਰ ਸੁਰੱਖਿਆ ਦੇ ਆਪਣੀ ਜਿਹੜੀ ਯੋਜਨਾਵਾਂ ਉਹਦੇ ਹਿਸਾਬ ਨਾਲ ਬਣਾਉਣੀ ਚਾਹੀਦੀ ਹੈ। ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਹਿਣ ਦਾ ਭਾਵ। ਬਾਕੀ ਕੀ ਆ, ਅਧਿਕਾਰੀ ਦੀ ਗੱਡੀ ਦਾ ਨਿਰੀਖਣ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਰਾਤ ਨੂੰ ਗੱਡੀ ਖੜੀ ਹੈ ਥੱਲੇ ਕੋਈ ਬੰਬ ਫਿੱਟ ਕਰਕੇ ਚਲ ਗਿਆ ਅਤੇ ਇਹ ਗੱਡੀ ਦਾ ਜਦੋਂ ਚੱਲਣੀ ਆ ਜਾਂ ਰੁਕਣੀ ਆ ਉਹਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ। ਅਧਿਕਾਰੀ ਦੁਆਰਾ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਕਾਰਵਾਈਆਂ ਦੀ ਅਗਵਾਈ ਕਰਨਾ ਚਾਹੀਦਾ ਹੈ। ਹਮੇਸ਼ਾ ਚੁਕੰਨੇ 'ਤੇ ਤੰਦਰੁਸਤ ਰਹਿਣਾ ਚਾਹੀਦਾ ਹੈ। ਅਧਿਕਾਰੀ ਦੀ ਹਰੇਕ ਗਤੀਵਿਧੀ ਦੀ ਰਿਪੋਰਟ ਜਿਹੜੀ ਹੈ ਉਹ ਆਪਣੇ ਉੱਚ ਅਧਿਕਾਰੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਵੀ ਪਤਾ ਲੱਗ ਸਕੇ ਕਿ ਜਿਹੜਾ ਸਾਡਾ ਸਕੌਟ ਆ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾ ਰਿਹਾ ਹੈ ਅਤੇ ਜਿਹੜਾ ਅਧਿਕਾਰੀ ਨੇ ਉਹਨੂੰ ਹਾਇਰ ਕੀਤਾ ਹੈ ਅਤੇ ਉਹਨੂੰ ਸੇਵਾਵਾਂ ਉਹਦੀਆਂ ਪੂਰੀਆਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ। ਸੋ ਬੱਚਿਓ, ਅੱਜ ਦਾ ਜਿਹੜਾ ਸਾਡਾ ਇਹ ਟੌਪਿਕ ਸੀ ਜਿਸ ਦਾ ਨਾਂ ਸੀ ਸਿਕਿਉਰਿਟੀ ਸਕੌਟ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਆ ਕਿ ਕਿੱਦਾਂ ਕਾਫਿਲਾ ਉਹਦੀ ਨਿਗਰਾਨੀ ਕੀਤੀ ਜਾਂਦੀ ਆ, ਕਿਸ ਤਰ੍ਹਾਂ ਇੱਕ PSO ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਡਰਾਈਵਰ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ। ਸਾਰੀਆਂ ਗੱਲਾਂ ਦੀ ਤੁਹਾਨੂੰ ਨੌਲੇਜ ਦਿੱਤੀ ਗਈ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਲੈਸਨ ਤੋਂ ਥੋੜ੍ਹਾ ਬਹੁਤ ਕੁਛ ਸਿੱਖਿਆ ਹੋਵੇਗਾ ਜੋ ਤੁਹਾਡੇ ਆਉਣ ਵਾਲੀ ਜ਼ਿੰਦਗੀ ਵਿੱਚ ਕੰਮ ਆਵੇਗਾ। ਇਸ ਦੇ ਨਾਲ ਹੀ ਅੱਜ ਦਾ ਲੈਕਚਰ ਸਮਾਪਤ ਕਰਦਾ। ਸ਼ੁਕਰੀਆ, ਧੰਨਵਾਦ, ਥੈਂਕ ਯੂ।